ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਕਰੋ ਤਰਾ ਪਰ ਪੁਨ ਪੁਨ ਸੀਸਾ ਸੀਸਾ ਮੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇਰੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਦੋਹਰਾ ਨਾਗਨ ਕੈ ਬਚੇ ਛੋਟੇ ਨਖ ਸਿਖ ਜ਼ਹਿਰ ਭਰੇ ਅਤ ਖੋਟੇ ਨਹਿ ਨਵਾਬ ਕੋ ਕਰਹਿ ਸਲਾਮੋ ਡਰ ਪਤ ਨਹੀਂ ਬਿਲੋਕ ਤਮਾਮੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ ਜਦੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਲੈ ਗਏ ਔਰ ਦੂਸਰੇ ਦਿਨ ਵਜੀਦੇ ਨੇ ਸਭਾ ਲਾਈ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਭਾ ਵਿੱਚ ਲੈ ਕੇ ਆਂਦਾ ਔਰ ਜੋ ਮੁਰਿੰਡੇ ਦਾ ਰੰਗੜ ਸੀ ਉਹ ਕਹਿਣ ਲੱਗਿਆ ਬੱਚਿਓ ਤੁਹਾਡੇ ਪਿਤਾ ਜੀ ਤੁਹਾਡੇ ਭਾਈ ਤੇ ਸਾਰੇ ਸਿੰਘ ਮਾਰੇ ਗਏ ਹਨ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਇੱਕੇ ਵਜੀਦਾ ਖਾਨ ਹੈ ਜੋ ਤੁਹਾਨੂੰ ਬਚਾ ਸਕਦਾ ਇਹਨੂੰ ਸਲਾਮ ਕਰੋ ਤੇ ਸਾਹਿਬਜ਼ਾਦੇ ਕਹਿੰਦੇ ਸਲਾਮ ਤਾਂ ਅਸੀਂ ਇੱਕ ਅਕਾਲ ਪੁਰਖ ਨੂੰ ਹੀ ਕਰਦੇ ਹਾਂ ਹੋਰ ਕਿਸੇ ਨੂੰ ਨਹੀਂ ਕਰਦੇ। ਇਹ ਗੱਲ ਸੁਣ ਕਰਕੇ ਗੁਰੂ ਪਿਆਰਿਓ ਉਹਦੇ ਵਿੱਚ ਬੈਠਾ ਹੈ ਖੱਤਰੀ ਹਿੰਦੂ ਸੁੱਚਾ ਨੰਦ ਜਿਹੜਾ ਹੈ ਉਹ ਕਹਿਣ ਲੱਗਿਆ ਵੇਖਿਆ ਕਿਵੇਂ ਬੋਲਦੇ ਆ ਇਹ ਸੱਪ ਦੇ ਬੱਚੇ ਹਨ ਸਪੋਲਗੇ ਹਨ ਇਹਨਾਂ ਵਿੱਚ ਜ਼ਹਿਰ ਭਰਿਆ ਹੋਇਆ ਔਰ ਨਵਾਬ ਸਾਹਿਬ ਨੂੰ ਸਲਾਮ ਕਰਨ ਤੋਂ ਜਵਾਬ ਦੇ ਦਿੱਤਾ ਇੰਨੇ ਲੋਕ ਆਪਾਂ ਬੈਠੇ ਆ ਸਭਾ ਦੇ ਵਿੱਚ ਜਮਾ ਨਹੀਂ ਡਰਦੇ ਇਹਨਾਂ ਦੇ ਚਿੱਤ ਵਿੱਚ ਬੜਾ ਹੰਕਾਰ ਹੈ ਇਹ ਨਵਾਬ ਦੇ ਅੱਗੇ ਕਿਵੇਂ ਝੁਕ ਸਕਦੇ ਹਨ। ਤਾਂ ਵਜੀਦਾ ਖਾਨ ਕਹਿਣ ਲੱਗਿਆ ਤੁਹਾਡੇ ਪਿਤਾ ਤੁਹਾਡੇ ਭਾਈ ਸਿੰਘ ਮਾਰੇ ਗਏ ਹਨ ਤੁਸੀਂ ਸਾਡੇ ਦੀਨ ਵਿੱਚ ਆ ਜਾਓ ਮੁਸਲਮਾਨ ਬਣ ਜਾਓ ਅਸੀਂ ਤੁਹਾਨੂੰ ਰਾਜੇ ਬਣਾ ਦਿਆਂਗੇ ਬਾਦਸ਼ਾਹ ਬਣਾ ਦਿਆਂਗੇ ਜ਼ਮੀਨਾਂ ਦੇ ਦਿਆਂਗੇ ਡੋਲੀਆਂ ਦੇਵਾਂਗੇ ਤੁਹਾਡੀਆਂ ਸ਼ਾਦੀਆਂ ਕਰਾਂਗੇ। ਤਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਆਪਸ ਵਿੱਚ ਗੱਲਬਾਤ ਕਿਵੇਂ ਕਰਦੇ ਆ ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਇਹ ਨਾਗਨ ਕੇ ਬੱਚੇ ਛੋਟੇ ਨਖ ਸਿਖ ਜ਼ਹਿਰ ਭਰੇ ਅਤ ਖੋਟੇ ਵੇਖਿਆ ਇਹ ਸੱਪ ਦੇ ਬੱਚੇ ਸਪੂਲ ਗਏ ਹਨ ਇਹ ਜੰਮਦੀਆਂ ਸੂਲਾਂ ਦੇ ਮੁਖ ਤਿੱਖੇ ਵਾਲੀ ਗੱਲ ਹੈ ਇਹ ਪੈਰਾਂ ਦੇ ਨਹੁੰ ਤੋਂ ਲੈ ਕੇ ਸਿਰ ਤੱਕ ਜ਼ਹਿਰ ਨਾਲ ਭਰੇ ਹਨ। ਇਹ ਖੱਤਰੀ ਹਿੰਦੂ ਸੁੱਚਾ ਨੰਦ
ਜਿਸਨੇ ਆਪਣੇ ਨਾਮ ਨੂੰ ਵੀ ਵਿਗਾੜ ਲਿਆ, ਝੂਠਾ ਆਨੰਦ ਕਹਿੰਦਾ ਹੈ। ਨਵਾਬ ਕੋ ਕਰਹਿ ਸਲਾਮੋ, ਡਰ ਪੈ ਨਹੀਂ ਬੇਲੋ ਕਲਤ ਮਾਮੋ। ਕਮਾਲ ਹੋ ਗਈ, ਅਸੀਂ ਇੰਨੇ ਜਣੇ ਬੈਠੇ ਆ, ਸਾਨੂੰ ਦੇਖ ਕਰਕੇ ਜਮਾ ਹੀ ਨਹੀਂ ਡਰਦੇ, ਔਰ ਕਿੱਦਾਂ ਬੋਲਦੇ ਹਨ। ਇਨਕੇ ਔਰ ਹੰਕਾਰ ਵਡੇਰੇ, ਕਿਮ ਇਹ ਝੁਕੈ ਨਵਾਬ ਅਗੇਰੇ। ਔਰ ਇਹ ਕਿਵੇਂ ਨਵਾਬ ਅੱਗੇ ਝੁਕ ਸਕਦੇ ਆ, ਇਹਨਾਂ ਨੂੰ ਬੜਾ ਹੰਕਾਰ ਹੈ। ਬਾਹਰ ਵਜੀਦ ਖਾਨ ਜਾ ਬਚ ਕਹਿਓ, ਭਰਾਤ ਪਿਤਾ ਇੱਕ ਨਹਿ ਕੋ ਰਹਿਓ। ਤਾਂ ਵਜੀਦਾ ਫੇਰ ਥੋੜਾ ਮਿੱਠੇ ਜੇ ਸੁਭਾਅ ਨਾਲ ਕਹਿੰਦਾ, ਬਚਿਓ ਤੁਹਾਡਾ ਨਾ ਪਿਤਾ ਬਚਿਆ ਨਾ ਭਰਾ ਬਚੇ ਹਨ। ਦੀਨ ਵਿਖੈ ਆਬਹੁ ਤੁਮ ਅਵੈ, ਤਰਕ ਸਰਾਹਾ ਕੋ ਮਾਨਹੁ ਸਭੈ। ਤੁਸੀਂ ਸਾਡੀ ਮੁਸਲਮਾਨਾਂ ਦੀ ਸ਼ਰ੍ਹਾ ਨੂੰ ਮੰਨੋ ਅਤੇ ਦੀਨ ਵਿੱਚ ਆ ਜਾਓ, ਸਾਡੇ ਧਰਮ ਦੇ ਵਿੱਚ ਆ ਜਾਓ। ਹੁਣ ਤੁਮ ਕੋ ਦੇਹ ਬਹੁ ਵਡਿਆਈ, ਗਜਬਾਜੀ ਅਰ ਧਨ ਸਮਦਾਈ। ਫੇਰ ਤੁਹਾਨੂੰ ਅਸੀਂ ਬੜੀਆਂ ਵਡਿਆਈਆਂ ਵਸ਼ਾਕੇ ਬਖਸ਼ਾਂਗੇ, ਹਾਥੀਆਂ ਘੋੜਿਆਂ ਦੇ ਸਵਾਰੀਆਂ ਕਰੋਗੇ, ਬੇਅੰਤ ਮਾਇਆ ਦੇਵਾਂਗੇ। ਹਜ਼ਰਤ ਨਿਕਟ ਆਪਣੇ ਰਾਖੈ, ਪਾਲਨ ਪੋਸਨ ਕੀ ਅਬਲਾਖੈ। ਔਰੰਗਜ਼ੇਬ ਆਪ ਤੁਹਾਨੂੰ ਆਪਣੇ ਕੋਲੇ ਰੱਖ ਕੇ ਪਾਲਣਾ ਪੋਸ਼ਣਾ ਕਰੇਗਾ। ਇਹ ਗ੍ਰਾਮ ਕੁਛ ਵੱਡੋ ਬਣਾਵੈ, ਕੇਤਕ ਚਮੂ ਸੰਗ ਤਮ ਲਾਵੈ। ਔਰ ਤੁਹਾਨੂੰ ਵੱਡੇ ਰਾਜੇ ਬਣਾ ਦੇਵੇਗਾ, ਤੁਹਾਨੂੰ ਫੌਜਾਂ ਦੇਵੇਗਾ। ਜਿਮ ਹਮ ਕਰੈ ਅਦਕ ਸਿੱਧਦਾਰ ਸਿਰਦਾਰੀ, ਤਿਮ ਹੋ ਬਹੁ ਗੋਲੇ ਸੁਖ ਭਾਰੀ। ਜਿਵੇਂ ਅਸੀਂ ਰਾਜ ਭੋਗਦੇ ਆ, ਸਰਦਾਰੀਆਂ ਕਰਦੇ ਆ, ਤੁਹਾਨੂੰ ਵੀ ਐਸੇ ਰਾਜ ਦਵਾ ਦੇਾਂਗੇ। ਸੁਨਤਾ ਜੋਰਾਵਰ ਸਿੰਘ ਰਿਸ ਆਈ, ਬੋਜੋ ਫਤਿਹ ਸਿੰਘ ਲਗ ਭਾਈ। ਵੱਡਾ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਛੋਟੇ ਭਾਈ ਨੂੰ ਕਹਿੰਦੇ, ਭਾਈ ਸਾਹਿਬ ਪਹੁੰਚਿਓ ਸਮਾ ਮੋਹਿ ਆਜ ਅਸ ਉਜੋਵਾ, ਗੁਰੂ ਪਿਤਾਮੇ ਪਰ ਜਿਮ ਹੋਵਾ। ਭਾਈ ਸਾਹਿਬ ਇਉਂ ਲੱਗਦਾ ਜਿਵੇਂ ਸਾਡੇ ਦਾਦੇ ਤੇ ਬੀਤੀ ਸੀ, ਸਾਡਾ ਵੀ ਉਹ ਆਖਰੀ ਸਮਾਂ ਸ਼ਹੀਦੀਆਂ ਦੇਣ ਦਾ ਆ ਗਿਆ ਹੈ ਜੀ। ਸਾਵਤ ਰਹਿਨ ਬਾਤ ਹੈ ਨੀਕੀ, ਕਹੋ ਭਰਾਤਾ ਤੂੰ ਆਪਣੇ ਜੀ। ਆਪਾਂ ਨੂੰ ਆਪਣਾ ਧਰਮ ਨਹੀਂ ਛੱਡਣਾ ਚਾਹੀਦਾ, ਆਪਾਂ ਇਹਨਾਂ ਦੇ ਧਰਮ ਵਿੱਚ ਨਹੀਂ ਜਾਣਾਗਾ, ਭਾਵੇਂ ਆਪਣੀ ਮੌਤ ਹੋ ਜਾਵੇ, ਕਿਉਂਕਿ ਇਹਨਾਂ ਨੂੰ ਸਿੱਖਿਆ ਵੀ ਜਿਹੜੀ ਹੈ ਮਾਤਾ ਗੁਜਰੀ ਦਾਦੀ ਜੀ ਕੋਲੋਂ ਮਿਲੀ ਹੈ, ਔਰ ਇਹਨਾਂ ਨੂੰ ਸਾਰਾ ਇਤਿਹਾਸ ਹਰਗੋਬਿੰਦ ਸਾਹਿਬ ਦਾ, ਗੁਰੂ ਅਰਜਨ ਦੇਵ ਜੀ ਦਾ, ਗੁਰੂ ਤੇਗ ਬਹਾਦਰ ਜੀ ਦਾ ਇਹਨਾਂ ਬੱਚਿਆਂ ਨੂੰ ਮਾਤਾ ਦਾਦੀ ਨੇ ਰੋਜ਼ਾਨਾ ਸੁਣਾਉਣਾ ਕੀਤਾ ਹੈ। ਸਿੰਘ ਸਨ ਉਤਰ ਦੀਨਾ, ਧਰਮ ਪਿਤਾ ਮੇ ਜੋ ਰੱਖ ਲੀਨਾ। ਫਤਿਹ ਸਿੰਘ ਵੀ ਚੜ੍ਹਦੀ ਕਲਾ ਵਿੱਚ ਕਹਿੰਦੇ, ਹਾਂ ਹਾਂ ਭਾਈ ਸਾਹਿਬ, ਜਿਵੇਂ ਸਾਡੇ ਦਾਦੇ ਨੇ ਆਪਣਾ ਧਰਮ ਰੱਖਿਆ ਹੈ, ਕਿਉਂਕਿ ਔਰੰਗਜ਼ੇਬ ਕਹਿੰਦਾ ਸੀ ਤੁਸੀਂ ਮੁਸਲਮਾਨ ਬਣ ਜਾਓ, ਅਸੀਂ ਤੁਹਾਨੂੰ ਪੀਰਾਂ ਵਾਂਗੂ ਮੰਨਾਂਗੇ। ਉਹ ਉਹਨਾਂ ਨੂੰ ਗਏ ਸੀ ਰੋਕਣ ਵਾਸਤੇ, ਬਈ ਤੁਸੀਂ ਭਾਰਤ ਵਾਸੀਆਂ ਤੇ ਜ਼ੁਲਮ ਨਾ ਕਰੋ, ਧੱਕੇ ਨਾਲ ਕਿਸੇ ਦਾ ਧਰਮ ਨਾ ਬਦਲੋ, ਬਲਕਿ ਗੁਰੂ ਤੇਗ ਬਹਾਦਰ ਜੀ ਦਾ ਵੀ ਬਦਲਣਾ ਚਾਹੁੰਦਾ ਸੀ। ਤੇ ਸਾਡੇ ਦਾਦੇ ਨੇ ਜਿਵੇਂ ਸੀਸ ਦੇ ਦਿੱਤਾ ਸੀਗਾ, ਸੀਸ ਦਿਆ ਪਰ ਸਿਰ ਨਾ ਦਿਆ, ਭਾਵ ਆਪਣਾ ਧਰਮ ਨਹੀਂ ਛੱਡਿਆ, ਸੀਸ ਲਾਇਆ ਜਿਵੇਂ। ਸਭ ਦਸ ਤੇ ਜਗ ਪੂਰਨ ਕੀਨਾ, ਤੀਨ ਲੋਕ ਮੈਂ ਸਾਕਾ ਛੀਨਾ। ਹਾਂ, ਤੇ ਤਿੰਨਾਂ ਲੋਕਾਂ ਦੇ ਵਿੱਚ ਉਹਨਾਂ ਦੇ ਸਾਕੇ ਨੂੰ ਯਾਦ ਕੀਤਾ ਜਾਂਦਾ ਹੈ ਅੱਜ। ਹਾਮਾ ਤਮ ਕੋ ਤਮ ਹੀ ਬਣਿਆਵੈ, ਸਿਰ ਦਿਓ ਤਰਕਨ ਮੂਲ ਗਵਾਵੈ। ਤੇ ਭਾਈ ਸਾਹਿਬ ਜੀ, ਆਪਾਂ ਨੂੰ ਵੀ ਆਪਣੇ ਦਾਦੇ ਦੇ ਨਕਸ਼ੇ ਕਦਮਾਂ ਤੇ ਚੱਲਣਾ ਚਾਹੀਏ। ਜੇ ਆਪਣੇ ਸੀਸ ਲੱਗ ਵੀ ਗਏ ਨਾ, ਤੇ ਇਹਨਾਂ ਮੁਗਲਾਂ ਦੀਆਂ ਜੜਾਂ ਪੱਟੀਆਂ ਜਾਣਗੀਆਂ। ਤੋ ਧਰਮ ਜਾਗ ਹੈ ਫੇਰ, ਤਾਨਾ ਸਭ ਨਾਸਵੰਤ ਹੀ ਹੀਰ। ਆਪਾਂ ਤਾਂ ਮਰਨਾ ਹੀ ਹੈ, ਅੱਜ ਨਹੀਂ ਤਾਂ ਹੋਰ 20 ਸਾਲਾਂ ਨੂੰ ਸਰੀਰ ਛੱਡਣੇ ਹੈ, ਪਰ ਆਪਣੇ ਸ਼ਹੀਦੀ ਦੇਣ ਦੇ ਨਾਲ ਭਾਰਤ ਵਰਸ਼ ਦੇ ਲੋਕਾਂ ਦਾ ਜਿਹੜਾ ਪੁਰਾਤਨ ਧਰਮ ਹੈ, ਜਿਸ ਧਰਮ ਦੇ ਵਿੱਚੋਂ ਧੱਕੇ ਨਾਲ ਮੁਸਲਮਾਨ ਲੋਕਾਂ ਨੂੰ ਮੁਸਲਮਾਨ ਬਣਾਉਣ ਤੇ ਤੁਲੇ ਹੋਏ ਨੇ, ਉਹ ਧਰਮ ਫਿਰ ਕਾਇਮ ਹੋ ਸਕਦਾ ਹੈ। ਭਾਰਤ ਦਾ ਪੁਰਾਤਨ ਧਰਮ ਹੈ, ਇਸ ਕਰਕੇ ਆਪਾਂ ਨੂੰ ਚਾਹੀਏ ਕਿ ਆਪਾਂ ਸਰੀਰ ਤਿਆਗ ਦਈਏ, ਪਰ ਇਹਨਾਂ ਦੀ ਗੱਲ ਮੰਨ ਕੇ ਇਹਨਾਂ ਦੇ ਧਰਮ ਵਿੱਚ ਨਾ ਆਈਏ ਜੀ। ਦੀਨ ਦਿਖਾ ਲਿਆਵਣ ਕੇ ਹੇਤਾ, ਕਹਿਓ ਪਿਤਾ ਮੇ ਕੋ ਬੋ ਦੇਤਾ। ਆਪਾਂ ਨੂੰ ਦਾਦੀ ਮਾਤਾ ਨੇ ਸਾਰੀਆਂ ਕਹਾਣੀਆਂ ਸੁਣਾਈਆਂ ਕਿ ਆਪਣੇ ਦਾਦੇ ਨੂੰ ਇਹਨਾਂ ਨੇ ਆਪਣੇ ਮੁਸਲਮਾਨੀ ਧਰਮ ਵਿੱਚ ਲਿਆਉਣ ਵਾਸਤੇ ਕਿੰਨਾ ਕੁਝ ਕੀਤਾ ਸੀ, ਕਿੰਨੇ ਲਾਲਚ ਦਿੱਤੇ ਸੀ, ਕਿੰਨੇ ਡਰਾਵੇ ਦਿੱਤੇ ਸੀ। ਧਰਮ ਧਰੋ ਧਰਹਾ ਧੀਰਜ ਧਾਰੀ, ਇਨ ਕਹਿਣੇ ਪਰ ਪਨਹੀ ਮਾਰੀ। ਪਰ ਧਰਮ ਧੁਰੰਦਰ, ਧਰਮ ਦੇ ਧੁਰੇ, ਧਰਮ ਨੂੰ ਕਾਇਮ ਕਰਨ ਵਾਲੇ ਤੇਗ ਬਹਾਦਰ, ਹਿੰਦ ਕੀ ਚਾਦਰ, ਭਾਰਤ ਵਰਸ਼ ਦੇ ਧਰਮ ਨੂੰ ਕਾਇਮ ਰੱਖਣ ਵਾਲੇ, ਜਿਨ੍ਹਾਂ ਨੇ ਧੀਰਜ ਰੱਖਦਿਆਂ ਹੋਇਆਂ ਇਹਨਾਂ ਦੇ ਦੀਨ ਤੇ
ਇਹਨਾਂ ਦੇ ਧਰਮ ਤੇ ਆਪਣੀ ਜੁੱਤੀ ਮਾਰੀ, ਭਾਵ ਤਿਆਗ ਦਿੱਤਾ ਔਰ ਆਪਣਾ ਸੀਸ ਲਾ ਦਿੱਤਾ, ਪਰ ਧਰਮ ਆਪਣਾ ਨਹੀਂ ਛੱਡਿਆ ਜੀ। ਸਾਖਾ ਜਗ ਤੁਮ ਦਿਖਰਾ ਬਹੋ, ਮਨ ਕਾ ਥਿਰ ਕਰ ਨਹੀਂ ਡੋਲਾਵੋ। ਤੋ ਏਦਾਂ ਹੀ ਭਾਈ ਸਾਹਿਬ ਜੀ ਆਪਾਂ ਵੀ ਉਹ ਸ਼ਾਕਾ ਕਰੀਏ, ਮਨ ਨੂੰ ਸਥਿਰ ਕਰਕੇ ਡੋਲਣਾ ਨਹੀਂ। ਸੀਸ ਭਾਵੇਂ ਲੱਗ ਜਾਵੇ ਪਰ ਆਪਾਂ ਇਹਨਾਂ ਦੀ ਗੱਲ ਨਹੀਂ ਮੰਨਣੀ ਜੀ। ਸਰਬ ਸਿਰੋਮਣ ਵੰਸ ਹਮਾਰਾ, ਰਾਖੋ ਤਿਸ ਕੀ ਲਾਜ ਉਦਾਰਾ। ਔਰ ਅਸੀਂ ਆਪਣੇ ਦਾਦੇ ਦੀ ਪੱਗ ਨੂੰ ਕਾਲਸ ਨਹੀਂ ਲਾਉਣੀ, ਆਪਣੇ ਸ਼੍ਰੋਮਣੀ ਪੰਥ ਨੂੰ ਅਸੀਂ ਦਾਗ ਨਹੀਂ ਲਾਉਣਾ, ਆਪਣੇ ਧਰਮ ਨੂੰ ਕਾਇਮ ਰੱਖਣਾ ਹੈ। ਸਾਡਾ ਵੰਸ਼ ਸੋਢੀ ਵੰਸ਼ ਸ਼੍ਰੋਮਣੀ ਹੈ। ਅਸੀਂ ਇਹ ਨਹੀਂ ਖਵਾਉਣਾ ਲੋਕਾਂ ਤੋਂ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਜਿਹੜੇ ਸਨ ਉਹ ਮੁਸਲਮਾਨ ਬਣ ਗਏ ਸੀ ਡਰ ਕੇ। ਬਿਲਕੁਲ ਨਹੀਂ ਭਾਈ ਸਾਹਿਬ ਜੀ। ਬਸ ਇਹ ਫੈਸਲਾ ਕਰ ਲਿਆ ਆਪਾਂ ਕਿ ਕੁਛ ਵੀ ਹੋਵੇ ਆਪਾਂ ਸੀਸ ਲਾ ਦੇਣਾ, ਪਰ ਧਰਮ ਨਹੀਂ ਛੱਡਣਾ ਜੀ। ਅਨਾਜ ਤੇ ਧੀਰਜ ਬੈਣਾ, ਕਹਿਓ ਜੋਰਾਵਰ ਸਿੰਘ ਰਿਸ ਨੈਣਾ। ਔਰ ਸਲਾਹ ਕਰਕੇ ਆਪਣੇ ਭਾਈ ਸਾਹਿਬ ਭਾਈ ਫਤਿਹ ਸਿੰਘ ਜੀ ਨਾਲ ਕਰਕੇ ਲਾਲ ਨੇਤਰ ਸ਼ਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਕਹਿੰਦੇ, ਓਏ ਸੁਣ ਲੋ ਦੁਸ਼ਟੋ, ਸੀਸ ਹਮ ਪਨਹੀ ਮਾਰੈ, ਧਰਮ ਆਪਣੋ ਨਹੀਂ ਬਿਗਾਰੈ। ਅਸੀਂ ਤੁਹਾਡੀ ਸ਼ਰ੍ਹਾ ਦੇ ਮਾਰਦੇ ਆ ਜੁੱਤੀ, ਨਾਲੇ ਜੁੱਤੀ ਵਿਖਾਉਂਦੇ ਆ, ਅਸੀਂ ਤੁਹਾਡੀ ਸ਼ਰ੍ਹਾ ਦੇ ਮਾਰਦੇ ਆ ਜੁੱਤੀ, ਅਸੀਂ ਆਪਣਾ ਧਰਮ ਨਹੀਂ ਵਿਗਾੜਾਂਗੇ। ਅਮਰੇ ਬੰਸ ਰੇਤ ਇਮ ਆਈ, ਸੀਸ ਦੇਤ ਪਰ ਧਰਮ ਨਾ ਜਾਈ। ਸਾਡੀ ਵੰਸ਼ ਦੀ ਇਹ ਰੀਤ ਹੈ ਕਿ ਆਪਣਾ ਧਰਮ ਨਹੀਂ ਛੱਡਣਾ, ਭਾਵੇਂ ਸੀਸ ਲੱਗ ਜਾਵੇ। ਅਮਰੇ ਜਰਾ ਉਖਾਰ ਨਹੇ ਤਾਂ ਹਮ ਨਹ ਡਰ ਪਹਿਗੇ, ਸਿਰ ਦੇ ਤਾ। ਇਹ ਤੁਹਾਡੀਆਂ ਜੜ੍ਹਾਂ ਪਟਣੀਆਂ ਜਦੋਂ ਕਿਸੇ ਰਾਜੇ ਦੇ ਰਾਜ ਵਿੱਚ ਐਸਾ ਜ਼ੁਲਮ ਹੋਣ ਲੱਗ ਜਾਵੇ, ਛੋਟੇ ਬੱਚਿਆਂ ਤੇ, ਬੁੱਢਿਆਂ ਤੇ, ਬਜ਼ੁਰਗਾਂ ਤੇ, ਜਿਨ੍ਹਾਂ ਦਾ ਕੋਈ ਗੁਨਾਹ ਨਹੀਂ ਹੈ, ਉਹਨਾਂ ਛੋਟੇ ਛੋਟੇ ਗਰੀਬ ਲੋਕਾਂ ਦੇ ਜਦੋਂ ਕੋਈ ਰਾਜਾ ਗੁਨਾਹ ਕਰਨ ਲੱਗ ਜਾਵੇ, ਉਹਨਾਂ ਨੂੰ ਦੁੱਖ ਦੇਣ ਲੱਗ ਜਾਵੇ, ਲੁੱਟਣ ਮਾਰਨ ਲੱਗ ਜਾਵੇ, ਤੇ ਫਿਰ ਉਹ ਆਪਣੀਆਂ ਜੜ੍ਹਾਂ ਵਿੱਚ ਆਪ ਹੀ ਤੇਲ ਪਾਉਂਦਾ। ਐਸਾ ਹੀ ਮੁਗਲਾਂ ਨੇ ਕੀਤਾ। ਕੋ ਸਤਨਾਮ ਸੀ। ਨਹੀਂ ਤਾਂ ਇਹਨਾਂ ਦਾ ਜਿਹੜਾ ਰਾਜ ਸੀਗਾ ਆਲ ਵਰਲਡ ਵਿੱਚ ਫੈਲਦਾ ਜਾ ਰਿਹਾ ਸੀਗਾ। ਅਰਬਸਤਾਨ ਤੋਂ ਸ਼ੁਰੂ ਹੋਏ ਸੀ, ਬਾਬਰ ਆਇਆ, ਉਹਨੇ ਭਾਰਤ ਵਿੱਚ ਵੀ ਆਪਣੀਆਂ ਜੜ੍ਹਾਂ ਜਮਾ ਲਈਆਂ ਸੀ। ਇਸ ਕਰਕੇ ਗੁਰੂ ਪਿਆਰਿਓ, ਪਰ ਇਹਨਾਂ ਨੇ ਆਪਣੀਆਂ ਜੜ੍ਹਾਂ ਆਪੇ ਪੱਟੀਆਂ। ਇਸ ਤਰ੍ਹਾਂ ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਹਮਲੇ ਕਰ ਕਰਕੇ, ਜ਼ੁਲਮ ਕਰ ਕਰਕੇ। ਤੇ ਭਾਈ ਸਾਹਿਬ ਜੀ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਕਹਿੰਦੇ, ਠੀਕ ਆ, ਇਹਨਾਂ ਦੀਆਂ ਜੜ੍ਹਾਂ ਪੱਟਣ ਵਾਸਤੇ ਸ਼ਾਇਦ ਆਪਾਂ ਨੂੰ ਸੀਸ ਲਾਉਣਾ ਹੀ ਪੈਣਾ ਜੀ। ਮੰਦ ਮਾਤਾ ਤੂੰ ਬਰਮਾਵੈ, ਕੋਰ ਪਦਾਰਥ ਪਰ ਨਾ ਲੁਬਾਵੈ। ਓਏ ਮਾੜੀ ਮੱਤ ਵਾਲੇ ਵਜੀਦਿਆ, ਕੀ ਤੂੰ ਖੁਸ਼ ਹੁੰਨਾ ਸਾਨੂੰ ਫੜ ਕੇ? ਅਸੀਂ ਤੇਰੇ ਝੂਠੇ ਪਦਾਰਥਾਂ ਦੇ ਡੋਲਦੇ ਨਹੀਂ। ਧਰਮ ਸਾਚ ਹੈ ਸਦ ਹੀ ਸੰਗ, ਸੋ ਆਸ ਮੂਰਖ ਕਰਹਿ ਸੋ ਜੋ ਭੰਗ। ਮਨੁੱਖ ਦੇ ਨਾਲ ਹਮੇਸ਼ਾ ਸੱਚ ਤੇ ਆਪਣਾ ਧਰਮ ਹੀ ਜਾਣਾ। ਕੂੜ ਨਖੁੱਠੈ ਨਾਨਕਾ ਓੜਕ ਸੱਚ ਰਹੀ। ਤੇ ਉਹ ਵੱਡਾ ਮੂਰਖ ਹੈ ਜਿਹੜਾ ਆਪਣੇ ਧਰਮ ਨੂੰ ਛੱਡੇ, ਸੱਚ ਨੂੰ ਛੱਡੇ। ਵੱਡੇ ਗੁਰੂ ਕੀ ਅਗਨ ਅਵਗਿਆ, ਦਾਹਨ ਤਰਕ ਜਨਮ ਕੋ ਲਗਿਆ। ਔਰ ਤੂੰ ਵੱਡੇ ਗੁਰੂਆਂ ਦੀ ਅਵਗਿਆ ਕੀਤੀ ਆ ਤੇਰੇ ਵੱਡਿਆਂ ਨੇ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਤਸੀਹੇ ਦੇ ਕਰਕੇ, ਜਿਸ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਜੀ ਦੇ ਅਵਗਿਆ ਕੀਤੀ ਹੈ, ਤਾਂ ਮਾਨੋ ਉਹਨਾਂ ਦੀ ਅਵਗਿਆ ਇੱਕ ਅਗਨੀ ਦਾ ਭਾਂਬੜ ਬਣ ਕੇ ਤੁਹਾਡੇ ਤੁਰਕਾਂ ਦੇ ਰਾਜ ਦੀਆਂ ਜੜ੍ਹਾਂ ਸਾੜੇਗੀ। ਸਿਰ ਦੇਵੈ ਆਵਾਇਓ ਵਡੇਰਾ, ਜਾਰਾ ਸ਼ਾਰ ਕਰਨ ਦੇ ਦੇਰਾ। ਤੇ ਜੇ ਅੱਗ ਨੂੰ ਥੋੜੀ ਜੀ ਹਵਾ ਮਿਲ ਜੇ ਤੇ ਹੋਰ ਵੀ ਫੈਲ ਜਾਂਦੀ ਹੈ। ਜਿਹੜੀ ਅਗਨੀ ਗੁਰੂ ਤੇਗ ਬਹਾਦਰ ਨੇ ਪੈਦਾ ਕੀਤੀ ਹੈ ਨਾ, ਉਹਨੂੰ ਅਸੀਂ ਹਵਾ ਦੇਵਾਂਗੇ ਔਰ ਉਹ ਭਾਂਬੜ ਹੋਰ ਬਲਣਗੇ ਔਰ ਤੁਹਾਡੇ ਜ਼ੁਲਮ ਦੀਆਂ ਜੜ੍ਹਾਂ ਨੂੰ ਸਾੜ ਦੇਣਗੇ। ਸੁਣਤਾ ਜੋਰਾਵਰ ਸਿੰਘ ਕੀ ਬਾਣੀ, ਹਿੰਦੂ ਤੁਰਕ ਸਵਾ ਬਿਸਮਾਨੀ। ਕਿਉਂ ਕੜਕ ਦੇ ਬੋਲ ਜਦੋਂ ਸ਼ਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਨੇ ਉੱਚੀ ਉੱਚੀ ਉਹਨਾਂ ਦੁਸ਼ਟਾਂ ਨੂੰ ਸੁਣਾਉਣੇ ਕੀਤੇ ਤਾਂ ਹੈਰਾਨ ਹੋ ਗਏ। ਕਿਉਂ ਨਾ ਕਹੈ ਗੁਰ ਕੇ ਸੁਤ ਹੈ, ਜਿਨ ਉਪਦੇਸੇ ਸਭ ਗਤ ਲਹੈ। ਵਈ ਪੁੱਤਰ ਵੀ ਕੀ ਦਿਆ ਹੈ? ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੈ, ਜਿਨ੍ਹਾਂ ਦੇ ਉਪਦੇਸ਼ ਦਾ ਸਗਤਾ ਜਿਹੜੇ ਹਨ ਕਮਜ਼ੋਰ ਦਿਲ ਵਾਲੇ ਜਿਹੜੇ ਹਨ ਸ਼ੇਰ ਬਣ ਜਾਂਦੇ ਹਨ। ਇਹ ਤਾਂ ਫਿਰ ਉਹਨਾਂ ਦਾ ਖੂਨ ਹੈ। ਸਿੱਖਾ ਸੰਗਤ ਹਿੰਦੂ ਤਹਿ ਸਭੈ, ਧਨ ਧਨ ਬੋਲਤ ਪੈ ਤਬੈ। ਜਿੱਥੇ ਉੱਥੇ ਵਜੀਦੇ ਦੀ ਸਭਾ ਦੇ ਲੋਕ ਬੈਠੇ ਸੀ, ਉੱਥੇ ਸਰਹੰਦ ਦੀ ਜਨਤਾ ਵੀ ਖੜੀ ਸੀ ਉਹਨਾਂ ਦੇ ਆਸੇ ਪਾਸੇ।
ਉੱਥੇ ਖੱਤਰੀ ਆਹ ਜਿਹੜਾ ਸੁੱਚੇ ਨੰਦ ਵਰਗੇ ਵੀ ਬੈਠੇ ਹਨ। ਇਸ ਤਰ੍ਹਾਂ ਗੁਰੂ ਪਿਆਰਿਓ ਇਹ ਚੀਜ਼ਾਂ ਜਦੋਂ ਸੁਣੀਆਂ ਸਾਹਿਬਜ਼ਾਦਿਆਂ ਦੇ ਮੁਖ ਚੋਂ ਇਹ ਵਿਚਾਰਾਂ ਇਹ ਗੱਲਾਂ ਸੁਣੀਆਂ ਕੜਕਦੀ ਆਵਾਜ਼ ਵਿੱਚ ਸਾਰੇ ਧੰਨ ਧੰਨ ਕਹਿਣ ਲੱਗੇ ਜੀ। ਨਾ ਕੈਸੇ ਪਾਵਸ ਪਰੇ ਜਵਾਸਾ ਜੈਸੇ। ਔਰ ਨਾਲੇ ਸਾਰਿਆਂ ਦੇ ਮੂੰਹ ਚੋਂ ਇਹ ਭਵਿੱਖਬਾਣੀ ਨਿਕਲਦੀ ਹੈ। ਵਾਕਿਆ ਸਹੀ ਗੱਲ ਹੈ, ਇਹਨਾਂ ਤੁਰਕਾਂ ਦੀਆਂ ਜੜ੍ਹਾਂ ਕਿਵੇਂ ਨਾ ਜੜਨਗੀਆਂ, ਕਿਉਂਕਿ ਜਿਵੇਂ ਜਵਾਸਾ ਨਾਮ ਦਾ ਘਾਹ ਬਾਰਿਸ਼ ਪੈਣ ਨਾਲ ਸੜ ਜਾਂਦਾ ਹੈ, ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਇਹਨਾਂ ਦੀਆਂ ਜੜ੍ਹਾਂ ਉਵੇਂ ਸੜ ਜਾਣੀਆਂ ਜੀ। ਡਰਤ ਨਹੀਂ ਕਿ ਮਾਂ ਕਹਿ ਕਰੇ ਰੇ। ਹੁਣ ਵਜੀਦਾ ਵੀ ਗੁੱਸੇ ਵਿੱਚ ਆ ਗਿਆ, ਨੈਣ ਤਰੇਰੇ ਅੱਖਾਂ ਲਾਲ ਕਰ ਲਈਆਂ, ਕਹਿੰਦਾ ਤੁਸੀਂ ਡਰਦੇ ਹੀ ਨਹੀਂ ਜਮਾਂ। ਇਹਨਾਂ ਕੋ ਅਬ ਦਹਿ ਮਰਵਾਏ ਏਮ ਨਿੰਚਾ ਕਰ ਰਿਸ ਕੋ ਪਾਏ। ਔਰ ਫਿਰ ਆਪਣੇ ਹਿਰਦੇ ਵਿੱਚ ਸੋਚਦਾ ਵੀ ਇਹ ਤਾਂ ਵਾਕਿਆ ਹੀ ਵੱਡੇ ਹੋ ਕੇ ਸਾਨੂੰ ਉਸੇ ਤਰ੍ਹਾਂ ਤੰਗ ਕਰਨਗੇ ਜਿਵੇਂ ਇਹਨਾਂ ਦਾ ਪਿਤਾ ਨਹੀਂ ਸਾਡੇ ਕਾਬੂ 'ਚ ਆ ਰਿਹਾ, ਔਰ ਇਹਨਾਂ ਨੂੰ ਮਰਵਾਈ ਦਿੰਦੇ ਹਨ ਦੋਹਰਾ। ਖਤਰੇ ਝੂਠਾ ਆਨੰਦ ਤਵ ਕਹਿ ਨਵਾਬ ਕੇ ਸਾਥਾ। ਦੇਖੋ ਕਿ ਇਹ ਬੋਲ ਤੇ ਡਰਤ ਨ ਜੋਰਤ ਹਾਥਾ। ਤੇ ਇਹ ਜਿਹੜਾ ਹੈ ਦੂਸਰਾ ਕੋਲੇ ਬੈਠਾ, ਇਹ ਉਹਦੇ ਗੁੱਸੇ ਨੂੰ ਹਵਾ ਦੇਈ ਜਾਂਦਾ ਹੈ। ਝੂਠਾ ਆਨੰਦ ਖੱਤਰੀ ਹਿੰਦੂ ਗੁਰੂ ਪਿਆਰਿਓ ਇਹਨੇ ਆਪਣੇ ਕੁੱਲ ਨੂੰ ਲਾਜ ਲਾਈ ਐ। ਇਸ ਦੁਸ਼ਟ ਨੇ ਵਜੀਦੇ ਦੀ ਗੁਰੂ ਪਿਆਰਿਓ ਵਕਾਲਤ ਕਰਕੇ ਕਹਿਣ ਲੱਗਿਆ, ਦੇਖਿਆ ਵਜੀਦਾ ਸਾਹਿਬ ਜਮਾਂ ਨਹੀਂ ਡਰਦੇ, ਹੱਥ ਨਹੀਂ ਬੰਨ ਕੇ ਮਾਫੀ ਮੰਗਦੇ, ਕਿਵੇਂ ਬੋਲਦੇ ਆ। ਪਿਤਾ ਸਮਾਨਾ ਲੱਖੋ ਲਸਕਰ ਕੀਨਸ ਆਨਾ। ਜਿਆਦੇ ਕੱਲ ਨੂੰ ਵੱਡੇ ਹੋ ਜਾਣਗੇ ਤੇ ਜਿਸ ਤਰ੍ਹਾਂ ਇਹਦੇ ਪਿਤਾ ਨੇ ਸਾਡਾ ਲਸ਼ਕਰ ਮਾਰਿਆ ਇਹ ਵੀ ਮਾਰ ਦੇਣਗੇ। ਦੇਸ ਉਠਾਵੇ ਇਹ ਨਹਿ ਕਹਿਓ ਸੀਸ ਨਿਵਾਵੇ। ਔਰ ਰੋਜ਼ਾਨਾ ਦੇਸ਼ ਦੇ ਵਿੱਚ ਉਦਮ ਲੜਾਈਆਂ ਝਗੜੇ ਕਰਾਉਣਗੇ ਕਰਨਗੇ, ਇਹ ਝੁਕਣ ਵਾਲੇ ਨਹੀਂ ਲੱਗਦੇ ਮੈਨੂੰ। ਆਪ ਕਰੇ ਬਸ ਆਏ ਤੁਮਾਰੇ ਛੋਟ ਨਾ ਜਾਏ ਮਵਾਸ ਮਜ਼ਾਰੇ। ਵੇਖਿਓ ਕਿਤੇ ਗਲਤੀ ਕਰਕੇ ਛੱਡ ਦਿਓ ਇਹਨਾਂ ਨੂੰ। ਝੂਠਾ ਆਨੰਦ ਕਹਿੰਦਾ ਹੈ ਵੇਖਿਓ ਕਿਤੇ ਗਲਤੀ ਕਰ ਲਓ ਇਹਨਾਂ ਨੂੰ ਛੱਡ ਕਰਕੇ, ਹੁਣ ਤਾਂ ਤੁਹਾਡੇ ਕਾਬੂ 'ਚ ਆ ਗਏ ਹਨ। ਅਪਰ ਨਹੀਂ ਉਪਚਾਰੋ ਕਰੋ ਹੁਕਮ ਕਰ ਹੈ ਪ੍ਰਹਾਰੋ। ਤਾਂ ਗੁਰੂ ਪਿਆਰਿਓ ਕਹਿਣ ਲੱਗਿਆ ਇਹਨਾਂ ਦਾ ਹੋਰ ਕੋਈ ਇਲਾਜ ਨਹੀਂ, ਹੁਕਮ ਕਰੋ ਕਿ ਇਹਨਾਂ ਤੇ ਹਮਲਾ ਕਰੋ ਤੇ ਮਾਰ ਦਿਓ ਇਹਨਾਂ ਨੂੰ, ਇਹ ਹੁਣ ਛੱਡਣ ਵਾਲੇ ਨਹੀਂ। ਉਹਦੇ ਸਵਾ ਮੈਂ ਖਾਨ ਮਲੇਰੇ ਰਹਤ ਹੈ ਜਾਨ ਬੋਲੇ ਤੇ ਸਵੇਰੇ। ਤਾਂ ਉੱਥੇ ਗੁਰੂ ਪਿਆਰਿਓ ਸ਼ੇਰ ਖਾਨ ਬੈਠਾ ਮਲੇਰ ਕੋਟਲੇ ਦਾ ਸੂਬੇਦਾਰ, ਜਿਹੜਾ ਸੱਚ ਤੇ ਚੱਲਣ ਵਾਲਾ ਗੁਰੂ ਪਿਆਰਿਓ। ਉਹ ਕਹਿਣ ਲੱਗਿਆ, ਬਾਲਕ ਸਿਰ ਖੋਰ ਕਿਆ ਦੋਸਾ ਆਣ ਲਾਵ ਕੀ ਇਨ ਹੈ ਨਾ ਹੋਸ਼ਾ। ਬਲਕਿ ਉਹ ਅੱਗੋਂ ਕਹਿੰਦਾ ਓ ਮੂਰਖੋ, ਇਹ ਬੱਚੇ ਦੁੱਧ ਪੀਂਦੇ ਛੋਟੇ, ਇਹਨਾਂ ਨੂੰ ਹਜੇ ਕੋਈ ਹਾਨ ਲਾਭ ਦੇ ਨਾਲ ਤਾਲੁਕ ਨਹੀਂ ਹੈ, ਇਹਨਾਂ ਦੀ ਕੀ ਗਲਤੀ ਹੈ। ਪਾਪੀ ਤਵ ਏਵ ਨਿਵਾਵਾ ਦੇਖਣ ਲੱਗਿਆ ਸਤਾਵਾ। ਤੇ ਜਿਸ ਵੇਲੇ ਸ਼ੇਰ ਖਾਨ ਨੇ ਅੱਗੋਂ ਗੁਰੂ ਪਿਆਰਿਓ ਉਹਦੀ ਗੱਲ ਨੂੰ ਕੱਟਣਾ ਕੀਤਾ ਵੀ ਇਹ ਗਲਤੀ ਨਾ ਕਰ ਲਿਓ, ਸਾਡੀ ਕੁਰਾਨ ਸਾਡਾ ਧਰਮ ਛੋਟੇ ਬੱਚਿਆਂ ਤੇ ਹਮਲਾ ਕਰਨ ਦੀ ਆਗਿਆ ਨਹੀਂ ਦਿੰਦਾਗਾ, ਸ਼ੀਰਖੋਰ ਦੁੱਧ ਪੀਣ ਵਾਲੇ ਬੱਚਿਆਂ ਨੂੰ ਮਾਰਨਾ ਗਲਤ ਹੈ। ਤੇ ਨਵਾਬ ਵਜੀਦਾ ਇਧਰ ਉਧਰ ਵੇਖਣ ਲੱਗਿਆ ਜੀ। ਹੁਣ ਆਸੇ ਪਾਸੇ ਬੈਠੇ ਲੋਕਾਂ ਵੱਲ ਝਾਕਦਾ, ਜਿਨ੍ਹਾਂ ਵਿੱਚ ਕੋਈ ਜਰਨੈਲ ਵੀ ਬੈਠੇ ਆ, ਕੁਝ ਸਿਪਾਹੀ ਵੀ ਬੈਠੇ ਆ, ਉਹਨਾਂ ਵੱਲ ਝਾਕਦਾ ਵੀ ਇਹਨਾਂ ਚੋਂ ਕਿਹੜਾ ਇਹਨਾਂ ਨੂੰ ਕਤਲ ਕਰ ਸਕਦਾ ਹੈ। ਇਸ਼ਾਰੇ ਦੇ ਨਾਲ ਪੁੱਛਦਾ ਕਿਉਂ ਬਈ, ਕਹਿੰਦੇ ਸਾਰਿਆਂ ਨੇ ਸਿਰ ਮਾਰਿਆ ਜੀ। ਦੇਸਾ ਜਵਹੀਰਾ ਨੀਰ ਗਰੀਬਾ ਕਰ ਥੇਰਾ ਤਿਸ ਬੇਰਾ। ਪਹਿਲਾਂ ਸੱਜੇ ਪਾਸੇ ਵੇਖਦਾ, ਫਿਰ ਖੱਬੇ ਪਾਸੇ ਵੇਖਦਾ, ਕਿਸੇ ਨੇ ਵੀ ਹਾਮੀ ਨਹੀਂ ਭਰੀ ਕਿ ਅਸੀਂ ਇਹਨਾਂ ਨੂੰ ਮਾਰ ਦਈਏ, ਸਾਰਿਆਂ ਨੇ ਹੀ ਦਇਆ ਕੀਤੀ ਹੈ। ਔਰ ਬਾਮੇ ਦੇਸਾ ਤਵ ਦਿਸ਼ਟ ਚਲਾਈ ਨਹਿ ਕਿਨ ਮਾਨੀ ਗਿਰਾ ਅਲਾਈ। ਖੱਬੇ ਪਾਸੇ ਸੱਜੇ ਪਾਸੇ ਬੈਠੇ ਸਿਪਾਹੀਆਂ ਨੂੰ, ਜਰਨੈਲਾਂ ਨੂੰ, ਦੂਸਰੇ ਸਾਥੀਆਂ ਨੂੰ ਵੇਖਦਾ ਹੈ ਤੇ ਇਸ਼ਾਰੇ ਨਾਲ ਹੀ ਪੁੱਛਦਾ ਕਿਉਂ ਮਾਰ ਦਈਏ, ਪਰ ਕਿਸੇ ਨੇ ਵੀ ਇਹਦੀ ਗੱਲ ਨਹੀਂ ਮੰਨੀ ਜੀ। ਪਾਸ਼ਲ ਦੇਸਾ ਖਾਲਾ ਬਾਛਤ ਬੇਗਾ ਗਿਲ ਜਾ ਪਛਮਾ ਕੋ ਜਹਤ ਬੇਗਾ। ਤੋ ਇਹਦੇ ਪਿਛਲੇ ਪਾਸੇ ਗਿਰਜਾ ਔਰ
ਬਾਂਛਤ ਬੇਗ ਇਹ ਦੋ ਬੈਠੇ ਸਨ, ਜਿਹੜੇ ਕਿ ਗੁਰੂ ਪਿਆਰਿਓ ਜਲਾਦ ਸਨ। ਔਰ ਇਹਨਾਂ ਨੂੰ ਕਹਿਣ ਲੱਗਿਆ, ਲਿਓ ਬਾਲਕ ਇਤ ਦਿਸ ਮੈਂ ਹੋਏ, ਧਰਤੇ ਜੁਦੇ ਕਰੋ ਸਿਰ ਦੋਏ। ਉਹਨਾਂ ਗਿਲਦਿਆਂ ਨੂੰ ਬਾਂਛਤ ਬੇਗ ਤੇ ਸ਼ਾਸਤ ਬੇਗ ਦੋ ਭਰਾ ਹਨ। ਇਹਨਾਂ ਨੂੰ ਕਹਿਣ ਲੱਗਿਆ ਵੀ ਜਾਓ ਤੁਸੀਂ ਲੈ ਜਾਓ ਇਹਨਾਂ ਨੂੰ ਸਭਾ ਤੋਂ ਪਾਸੇ ਤੇ ਵੱਢ ਕੇ ਮਾਰ ਦਿਓ। ਰਾਖਣ ਕੀ ਲਾਇਕ ਇਹ ਨਾਹੀ, ਪਾਏ ਪਰ ਪਥੂਰਾ ਦੇਸ ਕੇ ਮਾਹੀ। ਔਰ ਇਹ ਰੱਖਣ ਵਾਲੇ ਨਹੀਂ, ਬਚਾਉਣ ਵਾਲੇ ਨਹੀਂ, ਔਰ ਇਹ ਸੰਸਾਰ ਦੇ ਵਿੱਚ ਬੜਾ ਫਤੂਰ ਪੈਦਾ ਕਰਨਗੇ। ਸੋਨਹਾ ਗਲਿੰਜਾ ਜਾਵਾ ਲੈ ਕਰ ਗਇਓ, ਓਟ ਸਵਾ ਕੇ ਹੋਵਤ ਭਇਓ। ਤਾਂ ਗੁਰੂ ਪਿਆਰਿਓ ਇੱਥੇ ਇੱਕ ਸਾਖੀ ਹੋਰ ਦੱਸਣੀ ਬਣਦੀ ਹੈ ਕਿ ਪਹਿਲੇ ਦਿਨ ਹੀ ਉਹਨਾਂ ਨੂੰ ਸ਼ਹੀਦ ਨਹੀਂ ਕੀਤਾ, ਦੂਜੇ ਦਿਨ ਸ਼ਾਮਾਂ ਨੂੰ ਇਹਨਾਂ ਨੇ ਸਮਝਾ ਬੁਝਾ ਕੇ ਮੋੜ ਦਿੱਤਾ ਹੈ ਤੇ ਨਾਲ ਉਸ ਰੰਗੜ ਨੂੰ ਕਿਹਾ ਕਿ ਜਾ ਕੇ ਮਾਤਾ ਨੂੰ ਕਹਿ ਦੇ, ਬੱਚਿਆਂ ਨੂੰ ਸਮਝਾ ਦੇਵੇ ਸਾਡੀ ਸ਼ਰ੍ਹਾ ਵਿੱਚ ਆ ਜਾਣ ਤਾਂ ਇਹ ਜਿਹੜੇ ਹਨ ਬਚ ਸਕਦੇ ਹਨ। ਤਾਂ ਉਸ ਵੇਲੇ ਗੁਰੂ ਪਿਆਰਿਓ ਸਾਹਿਬਜ਼ਾਦਿਆਂ ਨੂੰ ਵਾਪਸ ਮਾਤਾ ਦੇ ਕੋਲ ਛੱਡ ਗਿਆ ਹੈ ਤੇ ਦੂਸਰਾ ਦਿਨ ਜਦ ਚੜ੍ਹਿਆ ਤੜਕੇ ਫਿਰ ਇਹਨਾਂ ਨੇ ਸਭਾ ਲਾਈ ਆ ਤੇ ਸਭਾ ਦੇ ਵਿੱਚ ਬੈਠ ਕਰਕੇ ਗੱਲਬਾਤ ਫਿਰ ਚੱਲੀ ਆ। ਕਹਿੰਦੇ ਜਾਓ ਲੈ ਕੇ ਆਓ ਅੱਜ ਫਿਰ ਸਾਹਿਬਜ਼ਾਦਿਆਂ ਨੂੰ, ਵੇਖਦੇ ਆ ਮਨਾ ਕੇ ਜੇ ਮੰਨ ਜਾਣ। ਉਹਨਾਂ ਦਾ ਮਕਸਦ ਸੀ ਕਿ ਜੇ ਗੁਰੂ ਦੇ ਪੁੱਤਰ ਮੁਸਲਮਾਨ ਬਣਨ ਵਾਸਤੇ ਮੰਨ ਜਾਂਦੇ ਆ ਤੇ ਫਿਰ ਜਿਹੜਾ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਗੁਰੂ ਹੈ ਉਹ ਸਾਡੇ ਅੱਗੇ ਝੁਕ ਗਿਆ। ਇਹ ਗੱਲ ਕਰਨ ਵਾਸਤੇ ਉਹਨਾਂ ਨੇ ਦੂਸਰੇ ਦਿਨ ਸਾਹਿਬਜ਼ਾਦਿਆਂ ਨੂੰ ਬੁਲਾਇਆ ਔਰ ਬੁਲਾ ਕਰਕੇ ਇਹਨਾਂ ਨੇ ਕੀ ਕੀਤਾ ਹੈ, ਜਿਹੜਾ ਗੇਟ ਸੀ ਕਿਲੇ ਦਾ ਉਹ ਅੱਗੋਂ ਬੰਦ ਕਰ ਦਿੱਤਾ। ਜਿਵੇਂ ਆਪਣੇ ਗੇਟ ਲੱਗਿਆ ਨਾ ਕਿਲੇ ਨੂੰ, ਇਹ ਗੇਟ ਦੇ ਵਿੱਚ ਬਾਰੀ ਹੁੰਦੀ ਹੈ ਛੋਟੀ, ਜਿਹਦੇ ਵਿੱਚੋਂ ਝੁੱਕ ਕੇ ਟੱਪਣਾ ਪੈਂਦਾ ਨੀਵੀਂ ਪਾ ਕੇ। ਤਾਂ ਇਹਨਾਂ ਨੇ ਉਹ ਗੇਟ ਬੰਦ ਕੀਤਾ ਔਰ ਸਾਹਿਬਜ਼ਾਦਿਆਂ ਨੂੰ ਲੈ ਕੇ ਆਏ ਨੇ। ਜਦੋਂ ਗੇਟ ਦੇ ਕੋਲ ਪਹੁੰਚੇ ਗੇਟ ਬੰਦ ਵੇਖਿਆ, ਬਾਰੀ ਨੀਵੀਂ ਆ, ਉੱਥੋਂ ਹਰੇਕ ਨੂੰ ਸਿਰ ਨੀਵਾਂ ਕਰਕੇ ਟੱਪਣਾ ਪੈਂਦਾ। ਤਾਂ ਗੁਰੂ ਪਿਆਰਿਓ ਉਸ ਵੇਲੇ ਫਿਰ ਇਹ ਸਾਹਿਬਜ਼ਾਦਿਆਂ ਨੇ ਇੱਕ ਦੂਜੇ ਨਾਲ ਨੇਤਰ ਮਿਲਾਏ ਹੈ, ਇੱਕ ਦੂਜੇ ਨਾਲ ਇਸ਼ਾਰੇ ਨਾਲ ਗੱਲ ਕੀਤੀ ਹੈ। ਫਤਿਹ ਸਿੰਘਾ ਕੀ ਆ ਇਹ? ਜੋਰਾਵਰ ਸਿੰਘ ਜੀ ਕਹਿਣ ਲੱਗੇ ਭਾਈ ਸਾਹਿਬ ਜੀ ਲੱਗਦਾ ਹੈ ਕਿ ਸਾਡਾ ਸਿਰ ਨੂੰ ਝੁਕਾਉਣ ਦੀ ਇਹਨਾਂ ਦੀ ਇਹ ਜੁਗਤ ਹੈ ਤੇ ਆਪਾਂ ਹੁਣ ਕਿਵੇਂ ਲੰਘਣਾ ਹੈ ਜੋ ਪਤਾ ਦੱਸੋ ਭਾਈ ਸਾਹਿਬ। ਕਹਿੰਦੇ ਪਹਿਲਾਂ ਜੁੱਤੀ ਵਾਲਾ ਪੈਰ ਅੰਦਰ ਕਰਨਾ ਤੇ ਸਿਰ ਬਾਹਰ ਨੂੰ ਝੁਕਾਉਣਾ ਹੈ। ਕੋ ਸਤਨਾਮ ਇਹ ਉਹ ਦੋਨਾਂ ਨੇ ਸੈਨਤਾਂ ਮਲਾਈਆਂ ਤੇ ਗੁਰੂ ਪਿਆਰਿਓ ਪਹਿਲਾਂ ਬਾਬਾ ਜੋਰਾਵਰ ਸਿੰਘ ਜੀ ਲੰਘੇ ਨੇ, ਆਪਣਾ ਸੱਜੇ ਪੈਰ ਨੂੰ ਅੱਗੇ ਕੱਢਿਆ ਜੁੱਤੀ ਵਾਲਾ ਤੇ ਫਿਰ ਬਾਹਰ ਨੂੰ ਸਿਰ ਝੁਕਾ ਕਰਕੇ ਉਹਨਾਂ ਨੇ ਦੂਸਰਾ ਪੈਰ ਅੰਦਰ ਕੀਤਾ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਛੋਟੇ ਸਾਹਿਬਜ਼ਾਦੇ ਨੇ ਲੰਘਣਾ ਕੀਤਾ ਔਰ ਅੰਦਰ ਜਾ ਕੇ ਹੀ ਇਹਨਾਂ ਨੇ ਜਕਾਰਾ ਛੱਡ ਦਿੱਤਾ, ਬੋਲੇ ਸੋ ਨਿਹਾਲ ਦਾ। ਜਿਸ ਵੇਲੇ ਜਕਾਰਾ ਛੱਡਿਆ ਤੇ ਕਹਿੰਦੇ ਉਹ ਸੂਬੇ ਦੀ ਜਿਹੜੀ ਸਭਾ ਸੀ ਨਾ ਉਹ ਕੰਬਣ ਲੱਗ ਪਈ। ਐਦਾਂ ਕਰਨ ਲੱਗ ਪਏ ਵੀ ਹੈ ਯਾਰ ਨਿੱਕੇ ਨਿੱਕੇ ਬੱਚੇ ਤੇ ਇੰਨੇ ਜੋਸ਼ ਦੇ ਨਾਲ ਬੋਲਦੇ ਨੇ, ਘਬਰਾ ਗਏ। ਸਾਹਿਬਜ਼ਾਦੇ ਉਹਦੀ ਸਭਾ 'ਚ ਪਹੁੰਚ ਗਏ। ਵਜੀਦਾ ਕਹਿਣ ਲੱਗਿਆ ਬੱਚਿਓ ਮੈਂ ਤੁਹਾਨੂੰ ਸਲਾਹ ਕਰਨ ਵਾਸਤੇ ਭੇਜਿਆ ਸੀ। ਕੀ ਸਲਾਹ ਕੀਤੀ ਤੁਸੀਂ? ਕੀ ਤੁਸੀਂ ਸਾਡੀ ਸ਼ਰ੍ਹਾ ਵਿੱਚ ਆਉਣ ਨੂੰ ਤਿਆਰ ਹੋ ਜਾਂ ਨਹੀਂ? ਤਾਂ ਉਸ ਵੇਲੇ ਗੁਰੂ ਪਿਆਰੋ ਸਾਹਿਬਜ਼ਾਦਿਆਂ ਨੇ ਫਿਰ ਕਹਿ ਦਿੱਤਾ ਕਿ ਅਸੀਂ ਤੈਨੂੰ ਕੱਲ੍ਹ ਵੀ ਇਹੀ ਗੱਲ ਕਹੀ ਸੀ ਤੇ ਅੱਜ ਵੀ ਉਹੀ ਗੱਲ ਕਹਿੰਦੇ ਆ ਕਿ ਸਾਨੂੰ ਸਾਡਾ ਧਰਮ ਪਿਆਰਾ, ਤੈਨੂੰ ਤੇਰਾ ਧਰਮ ਪਿਆਰਾ, ਅਸੀਂ ਆਪਣਾ ਧਰਮ ਨਹੀਂ ਛੱਡਾਂਗੇ। ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਸ਼ੇਰ ਖਾਂ ਮਲੇਰਕੋਟਲੇ ਵਾਲਾ ਸੂਬੇਦਾਰ ਹੈ ਜਿਹੜਾ, ਉਹ ਤਾਂ ਸਭਾ ਦੇ ਵਿੱਚੋਂ ਇਹ ਕਹਿ ਕੇ ਚਲਾ ਗਿਆ ਕਿ ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਇਹ ਗਲਤ ਕਰ ਰਹੇ ਹੋ, ਛੋਟੇ ਬੱਚਿਆਂ ਨੂੰ ਮਾਰ ਕੇ ਚੰਗਾ ਨਹੀਂ ਕਰ ਰਹੇ, ਤੁਸੀਂ ਆਪਣੇ ਰਾਜ ਦੀਆਂ ਜੜ੍ਹਾਂ ਆਪ ਪੱਟੋਗੇ। ਇਹ ਸਾਰੀਆਂ ਕਹਾਣੀਆਂ ਜਿਹੜੀਆਂ ਹਨ ਭਾਈ ਸਾਹਿਬ ਨੂਰਾ ਮਾਹੀ ਜਿਹੜਾ ਹੈ ਸਤਿਗੁਰਾਂ ਨੂੰ ਸਰਹੰਦ ਤੋਂ ਸੁਣ ਕੇ ਆਇਆ, ਸੁਣਾ ਰਿਹਾ ਤੇ ਆਪਾਂ ਵੀ ਸੁਣ ਰਹੇ ਹਾਂ। ਜਿਸ ਵੇਲੇ ਸਾਹਿਬਜ਼ਾਦੇ ਨਾ ਮੰਨੇ, ਮਨਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਵਜੀਦਾ ਰਾਤ ਨੂੰ ਆਪਣੇ ਘਰ ਗਿਆ। ਜਦੋਂ ਇਹਦੇ ਘਰ ਵਿੱਚ ਵੈਸੇ ਤਾਂ ਕਈ ਇਹਦੀਆਂ ਇਸਤਰੀਆਂ ਸਨ, ਪਰ ਇੱਕ ਲੜਕੀ ਹਿੰਦੂਆਂ ਦੀ ਲੜਕੀ ਸੀ ਜਿਹੜੀ ਇਸਨੇ ਧੱਕੇ ਨਾਲ ਆਪਣੀ ਘਰਵਾਲੀ ਬਣਾਈ ਹੋਈ ਸੀ, ਰਾਣੀ ਬਣਾਈ ਹੋਈ ਸੀ, ਜਿਸ ਨੇ ਕਿ ਗੁਰੂ ਪਿਆਰਿਓ ਛੋਟੇ ਹੁੰਦੇ ਸਾਹਿਬਜ਼ਾਦਿਆਂ ਨੂੰ ਵੇਖਣਾ ਵੀ ਕੀਤਾ ਸੀ, ਮਿਲਣਾ ਵੀ ਕੀਤਾ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਅੱਜ ਗੁਰੂ ਗੋਬਿੰਦ ਸਿੰਘ ਦੇ ਮਾਤਾ ਤੇ ਦੋਨੇ ਸਾਹਿਬਜ਼ਾਦਿਆਂ ਨੂੰ ਫੜ ਕੇ ਲਿਆਏ ਨੇ, ਇਸ ਨੇ ਕਹਿੰਦੇ ਰਾਤ ਨੂੰ ਵਜੀਦੇ ਨੂੰ ਬੜਾ ਸਮਝਾਇਆ ਵੀ ਵਜੀਦ ਖਾਨ
ਤੂੰ ਸਾਹਿਬਜ਼ਾਦਿਆਂ ਨੂੰ ਮਾਰ ਨਾ ਦੇਈਂ, ਇਹਨਾਂ ਨੂੰ ਛੱਡ ਦੇ, ਨਹੀਂ ਤਾਂ ਆਪਣਾ ਰਾਜ ਭਾਗ ਦੀਆਂ ਜੜ੍ਹਾਂ ਪੱਟੀਆਂ ਜਾਣਗੀਆਂ, ਆਪਾਂ ਨਰਕਾਂ ਨੂੰ ਜਾਵਾਂਗੇ। ਇਹ ਛੋਟੇ ਸਾਹਿਬਜ਼ਾਦੇ ਆ। ਦੱਸ ਦਿਆ ਕਿ ਰਾਤ ਨੂੰ ਵਜੀਦਾ ਆਪਣੀ ਰਾਣੀ ਕੋਲ ਮੰਨ ਵੀ ਗਿਆ ਸੀਗਾ ਵੀ ਚੱਲ ਮੈਂ ਦੇਖਦਾ, ਛੱਡ ਦਿੰਦਾ ਸਲਾਹ ਮਸ਼ਵਰਾ ਕਰਕੇ। ਜਿਸ ਵੇਲੇ ਦੂਸਰੇ ਦਿਨ ਸਭਾ ਦੇ ਵਿੱਚ ਫੇਰ ਇਹ ਆਇਆ, ਸ਼ਾਇਦ ਉਹ ਸਲਾਹ ਕਰਦਾ ਛੱਡਣ ਦੀ, ਪਰ ਸੁੱਚੇ ਆਨੰਦ ਵਰਗਿਆਂ ਨੇ, ਝੂਠੇ ਆਨੰਦ ਵਰਗਿਆਂ ਨੇ ਫਿਰ ਭੜਕਾ ਦਿੱਤਾ। ਕਹਿੰਦੇ ਜੇ ਤੂੰ ਇਹ ਛੱਡ ਦਿੱਤੇ, ਇਹਨਾਂ ਨੇ ਵੱਡੇ ਹੋ ਜਾਣਾ, ਕਾਮਯਾਬ ਹੋ ਜਾਣਾ। ਜਿਵੇਂ ਇਹਨਾਂ ਦਾ ਪਿਤਾ ਸਾਡੇ ਕਾਬੂ ਨਹੀਂ ਆ ਰਿਹਾ, ਇਸੇ ਤਰ੍ਹਾਂ ਹੀ ਇਹਨਾਂ ਨੇ ਵੀ ਆਪਣੇ ਕਾਬੂ ਨਹੀਂ ਆਉਣਾ। ਵੱਡੇ ਹੋ ਜਾਣਗੇ, ਦੋ ਕਾਮਯਾਬ ਹੋ ਜਾਣਗੇ। ਇੱਕ ਪਿਤਾ ਇਹਨਾਂ ਦਾ ਸਾਥੋਂ ਲੋਟ ਨਹੀਂ ਆ ਰਿਹਾ, ਸਾਡੀ ਲੱਖਾਂ ਦੀ ਗਿਣਤੀ ਵਿੱਚ ਫੌਜ ਮਾਰ ਦਿੱਤੀ ਆ। ਜਦ ਇਹ ਕਾਮਯਾਬ ਹੋ ਗਏ ਤੇ ਇਹਨਾਂ ਨੇ ਵੀ ਛੱਡਣਾ ਨਹੀਂ। ਵਜੀਦਾ ਕਹਿੰਦਾ ਪੁੱਛ ਲੈਨੇ ਆ। ਕਹਿੰਦਾ ਸਾਹਿਬਜ਼ਾਦਿਓ, ਜੇ ਤੁਹਾਨੂੰ ਛੱਡ ਦਈਏ ਫਿਰ ਕੀ ਕਰੋਗੇ? ਕਹਿੰਦੇ ਕਰਨਾ ਕੀ ਆ, ਅਸੀਂ ਜੰਗ ਹੀ ਕਰਨੀ ਆ, ਖਾਲਸਾ ਜੰਗ ਹੀ ਕਰਨਾ। ਅਸੀਂ ਫੌਜਾਂ ਇਕੱਠੀਆਂ ਕਰਾਂਗੇ, ਤਕੜੇ ਹੋ ਕੇ ਫਿਰ ਤੇਰੇ ਨਾਲ ਆ ਕੇ ਲੜਾਈ ਕਰਾਂਗੇ। ਤੇ ਝੂਠਾ ਆਨੰਦ ਕਹਿਣ ਲੱਗਿਆ, ਦੇਖਿਆ ਕਿਵੇਂ ਬੋਲਦੇ ਆ, ਇਹ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ। ਮੇਰੀ ਮੰਨਦਾ ਤੇ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ। ਉਸ ਵੇਲੇ ਕਹਿੰਦੇ ਕੋਲੇ ਕਾਜੀ ਬੈਠਾ ਇੱਕ, ਕਾਜੀ ਨੂੰ ਵਜੀਦਾ ਕਹਿਣ ਲੱਗਿਆ ਕੁਰਾਨ ਕੀ ਕਹਿੰਦੀ ਹੈ? ਤਾਂ ਹੁਣ ਕਾਜੀ ਨੇ ਆਪਦੇ ਕੋਲੋਂ ਫਤਵਾ ਦਿੱਤਾ। ਫਤਵਾ ਦੇਣਾ ਹੁੰਦਾ ਭਾਵ ਕਾਨੂੰਨ, ਸਾਡਾ ਕੁਰਾਨ ਕੀ ਕਹਿੰਦੀ ਹੈ। ਵੈਸੇ ਕੁਰਾਨ ਧਾਰਮਿਕ ਗ੍ਰੰਥ ਇਹ ਗੱਲਾਂ ਨਹੀਂ ਕਹਿੰਦੇ ਹੈਗੇ, ਸਾਡੇ ਗ੍ਰੰਥ ਨਹੀਂ ਕਹਿੰਦੇ, ਫਿਰ ਉਹਨਾਂ ਦੇ ਕਿਵੇਂ ਕਹਿੰਦੇ ਹੋਣਗੇ ਜੇ ਧਾਰਮਿਕ ਹਨ, ਜੇ ਮੁਹੰਮਦ ਸਾਹਿਬ ਦੇ ਲਿਖੇ ਹੋਏ ਆ। ਤਾਂ ਉਹ ਕਹਿਣ ਲੱਗਿਆ ਕਾਜੀ ਆਪਦੇ ਕੋਲੋਂ ਗੱਲ ਬਣਾ ਕੇ, ਸਾਡੀ ਸ਼ਰਅ, ਸਾਡੀ ਕੁਰਾਨ ਇਹ ਕਹਿੰਦੀ ਆ ਜੇ ਕੋਈ ਬੱਚਾ ਗੱਲ ਨਾ ਮੰਨੇ ਤੇ ਉਹਨੂੰ ਕੰਧਾਂ ਵਿੱਚ ਖੜਾ ਕੇ ਸ਼ਹੀਦ ਕਰ ਦਿਓ। ਉਸੇ ਵੇਲੇ ਕਹਿੰਦੇ ਡਰਾਉਣ ਵਾਸਤੇ ਸ਼ਾਇਦ ਕੰਧ ਚਿੰਦਿਆਂ ਚਿੰਦਿਆਂ ਇਹ ਫਿਰ ਮੰਨ ਜਾਣ। ਬਸ ਸਮਾਂ ਲਗਾ ਰਹੇ ਸੀ ਬਈ ਕਿਵੇਂ ਨਾ ਕਿਵੇਂ ਮੰਨ ਜਾਣ। ਤਾਂ ਗੁਰੂ ਪਿਆਰੋ ਮਿਸਤਰੀ ਲਾ ਕਰਕੇ ਕੰਧ ਚਿਣਨੀ ਸ਼ੁਰੂ ਕੀਤੀ। ਵਿੱਚ ਦੋਨੇ ਸਾਹਿਬਜ਼ਾਦਿਆਂ ਨੂੰ ਖੜਾ ਦਿੱਤਾ ਗਿਆ ਔਰ ਕੰਧ ਉਸਰਦੀ ਜਾ ਰਹੀ ਹੈ, ਗੋਡਿਆਂ ਤੋਂ ਲੰਘੀ ਆ। ਤਾਂ ਗੁਰੂ ਪਿਆਰਿਓ ਛਾਤੀਆਂ ਤੇ ਕੰਧ ਆਈ ਆ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਕੱਦ 4 ਉਂਗਲਾਂ ਛੋਟਾ ਹੈ ਜ਼ੋਰਾਵਰ ਸਿੰਘ ਤੋਂ, ਕਿਉਂਕਿ ਉਹ ਛੋਟੇ ਹਨ। ਜਿਸ ਵੇਲੇ ਕੰਧ ਉਹਨਾਂ ਦੇ ਚਿਹਰੇ ਨੂੰ ਢੱਕਣ ਲੱਗੀ ਆ ਤੇ ਜ਼ੋਰਾਵਰ ਸਿੰਘ ਕਹਿਣ ਲੱਗੇ, ਫਤਿਹ ਸਿੰਘ ਬਾਜੀ ਮਾਰ ਗਿਆ, ਤੂੰ ਮੈਥੋਂ ਆਇਆ ਮਗਰੋਂ ਸੀ ਪਰ ਦਾਦੇ ਕੋਲੇ ਚੱਲਿਆ ਪਹਿਲਾਂ। ਇਹੋ ਕੰਧ ਕੱਢਦਿਆਂ ਦੋਨਾਂ ਸਾਹਿਬਜ਼ਾਦਿਆਂ ਦੇ ਮੂੰਹ ਜਿਹੜੇ ਲੁਕ ਗਏ ਹਨ। ਜਿਸ ਵੇਲੇ ਉਹ ਮੂੰਹ ਲੁਕੇ, ਐਸੀ ਪਰਮੇਸ਼ਰ ਨੇ ਭੁਚਾਲ ਲਿਆਂਦਾ, ਹਨੇਰੀ ਲਿਆਂਦੀ ਕਿ ਉਹ ਕੰਧ ਜਿਹੜੀ ਸੀ ਉਹ ਡਿੱਗ ਪਈ ਤੇ ਸਾਹਿਬਜ਼ਾਦੇ ਵੀ ਬੇਹੋਸ਼ ਹੋਏ, ਡਿੱਗ ਪਏ। ਫਿਰ ਇਹ ਦੋ ਜਲਾਦਾਂ ਨੂੰ ਕਹਿੰਦਾ ਹੈ, ਪਹਿਲਾਂ ਇੱਕ ਹੋਰ ਬੰਦੇ ਨੂੰ ਕਹਿੰਦਾ ਹੈ ਕਿ ਤੁਹਾਡੇ ਵੱਡਿਆਂ ਨੂੰ ਇਹਨਾਂ ਦੇ ਦਾਦੇ ਨੇ ਮਾਰਿਆ ਸੀਗਾ, ਭਾਵ ਹਰਗੋਬਿੰਦ ਸਾਹਿਬ ਨੇ, ਉਹਨਾਂ ਨੇ ਮਾਰਿਆ ਸੀ ਤੁਹਾਡੇ ਵੱਡਿਆਂ ਨੂੰ, ਤੇ ਤੁਸੀਂ ਉਹ ਬਦਲਾ ਲੈ ਲਓ। ਤੇ ਉਹ ਕਹਿਣ ਲੱਗੇ ਵੀ ਨਹੀਂ, ਅਸੀਂ ਬਦਲਾ ਬੱਚਿਆਂ ਤੋਂ ਨਹੀਂ ਲੈਣਾ, ਜੇ ਕਦੇ ਇਹਨਾਂ ਦਾ ਪਿਤਾ ਟੱਕਰਿਆ ਤਾਂ ਫਿਰ ਲਵਾਂਗੇ। ਫਿਰ ਇਸ ਦੇ ਕੈਦ ਵਿੱਚ 2 ਜਲਾਦ ਸਨ। ਉਹਨਾਂ ਜਲਾਦਾਂ ਨੂੰ ਸੱਦਿਆ ਗਿਆ ਵੀ ਤੁਸੀਂ ਇਹਨਾਂ ਨੂੰ ਸ਼ਹੀਦ ਕਰੋ। ਉਸ ਵੇਲੇ ਫਿਰ ਉਹ ਜਲਾਦਾਂ ਨੂੰ ਇਹ ਦਿੱਤਾ ਗਿਆ ਭਰੋਸਾ ਵੀ ਅਸੀਂ ਤੁਹਾਡੀ ਕੈਦ ਮਾਫ ਕਰ ਦਿਆਂਗੇ, ਤੁਹਾਨੂੰ ਘਰੇ ਭੇਜ ਦਿਆਂਗੇ, ਬਸ ਇਹਨਾਂ ਦੋਹਾਂ ਨੂੰ ਸ਼ਹੀਦ ਕਰ ਜਾਓ। ਜਿਸ ਵੇਲੇ ਗੁਰੂ ਪਿਆਰਿਓ ਇਹ ਕੰਧ ਡਿੱਗ ਪਈ, ਅੱਜ ਉਹ ਲਾਲ ਕੰਧ ਸਰਹੰਦ ਵਿਖੇ ਗੁਰੂ ਪਿਆਰਿਓ ਫਤਿਹਗੜ੍ਹ ਸਾਹਿਬ ਵਿਖੇ ਸੁਭਾਏਮਾਨ ਹੈ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਜੋ 10ਵੇਂ ਪਾਤਸ਼ਾਹ ਜੀ ਨੇ ਨੰਦੇੜ ਤੋਂ ਭੇਜਿਆ ਔਰ ਉਸ ਨੇ ਆ ਕਰਕੇ ਸਰਹੰਦ ਦੀ ਇੱਟ ਖੜਕਾ ਦਿੱਤੀ, ਸਭ ਬਿਲਡਿੰਗਾਂ ਖਤਮ ਕਰ ਦਿੱਤੀਆਂ। ਇੱਥੋਂ ਮੰਨ ਕੇ ਚੱਲੋ ਕਿ ਹਲ ਚਲਾ ਦਿੱਤਾ। ਕੇਵਲ ਤੇ ਕੇਵਲ ਉਹ ਸਾਹਿਬਜ਼ਾਦਿਆਂ ਵਾਲੀ ਕੰਧ ਜਿਹੜੀ ਹੈ ਸਬੂਤ ਵਾਸਤੇ ਜਿਉਂਦੀ ਰੱਖੀ ਆ, ਸਾਨੂੰ ਦੱਸਣ ਵਾਸਤੇ ਕਿ ਕੋਈ ਐਸਾ ਵੀ ਸਮਾਂ ਸੀ ਜਦੋਂ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਜੀਵਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਧਰਮ ਨੂੰ ਕਾਇਮ ਰੱਖਿਆ ਸੀ। ਇਹਨਾਂ ਨੇ ਕਹਿੰਦੇ ਉਸ ਵੇਲੇ ਇਹਨਾਂ ਜਲਾਦਾਂ ਨੇ ਫਿਰ ਕੀ ਕੀਤਾ ਹੈ ਜੀ? ਪਾਪੀ ਨਿਰਦਿਆਲੂ ਮਾਤਾ ਮਾਤਾ ਗੈ ਖੈਂਚੇ ਸ਼ਮਸ਼ੇਰ ਬਿਲੰਦ। ਤੋ ਇਹਨਾਂ ਨੇ ਗੁਰੂ ਪਿਆਰਿਓ ਛੋਟੇ ਸਾਹਿਬਜ਼ਾਦੇ ਜੋ ਬੇਹੋਸ਼ ਹੋ ਗਏ ਹਨ, ਕੰਧ ਵਿੱਚ ਬੰਦ ਹੋ ਗਏ ਸੀਗੇ ਤੇ ਡਿੱਗ ਪਏ, ਤੇ ਡਿੱਗਿਆ ਪਿਆ ਨੂੰ ਇਹਨਾਂ ਨੇ ਇਹਨਾਂ ਦੀ ਗਰਦਨ ਉੱਪਰ ਤਲਵਾਰ ਫੇਰੀ ਹੈ ਤੇ ਸ਼ਹੀਦ ਕਰ ਦਿੱਤੇ ਜੀ। ਤਰੇ ਗੁਰੂ ਸਤ ਖਰੇ ਨਹੀਂ ਦੀਨ ਮਨ ਕੈਸੋ ਕਰੇ। ਪਰ ਸਾਹਿਬਜ਼ਾਦਿਆਂ ਨੇ ਆਪਣਾ ਧਰਮ ਨਹੀਂ ਛੱਡਿਆ, ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਦੇ, ਆਪਣੇ ਦਾਦੇ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਇਉਂ ਸ਼ਹੀਦੀਆਂ ਪਾ ਗਏ ਜੀ। ਸਿਰ ਚਾਹਤ ਦਿਓ ਤਰਕਨ ਜਰਾ ਬਿਨਾਸੀ ਕੀਓ। ਇਉਂ ਮਹਾਰਾਜ ਜੀ ਤੁਹਾਡੇ ਪੁੱਤਰਾਂ ਨੇ
ਧਰਮ ਨੂੰ ਕਾਇਮ ਰੱਖਦਿਆਂ ਹੋਇਆਂ ਆਪਣੇ ਸਰੀਰ ਲਾ ਦਿੱਤੇ ਕਿ ਇਸ ਮੁਗਲ ਰਾਜ ਦੀਆਂ, ਜ਼ੁਲਮ ਦੇ ਰਾਜ ਦੀਆਂ ਜੜ੍ਹਾਂ ਪੱਟੀਆਂ ਜਾਵਣ। ਮੈਨੂੰ ਉੱਥੋਂ ਇਹ ਪਤਾ ਲੱਗਿਆ, ਦੱਸਿਆ ਲੋਕਾਂ ਨੇ, ਕਹਿੰਦੇ ਉਹਨਾਂ ਸਾਹਿਬਜ਼ਾਦਿਆਂ ਨੇ ਆਪਣੀ ਵੰਸ਼ ਦੀ ਲਾਜ ਰੱਖਦਿਆਂ ਹੋਇਆਂ ਕਿ ਸਾਡੇ ਪਿਤਾ ਦਾ, ਸਾਡੀ ਵੰਸ਼ ਦਾ ਦੁਨੀਆ ਵਿੱਚ ਨਾਮ ਚਮਕਦਾ ਹੈ, ਅੱਜ ਅਸੀਂ ਆਪਣਾ ਧਰਮ ਛੱਡ ਕੇ ਉਸ ਨੂੰ ਲਾਜ ਨਹੀਂ ਲਾਉਣੀ। ਇਹ ਸੋਚ ਕੇ ਆਪਣੇ ਦਾਦੇ ਗੁਰੂ ਤੇਗ ਬਹਾਦਰ ਦੀ ਉਸ ਸਮੇਂ ਨੂੰ ਯਾਦ ਕਰਕੇ ਉਹਨਾਂ ਸਾਹਿਬਜ਼ਾਦਿਆਂ ਨੇ ਆਦਮ ਤਵਾ ਤਰਵਾਰ ਚਲਾਏ, ਸਿਰ ਜੋਰਾ ਵਰ ਸਿੰਘ ਦਿਓ ਗਿਰਾਏ। ਕਿਉਂ ਉਹਨਾਂ ਪਾਪੀਆਂ ਨੇ ਤਲਵਾਰ ਦੇ ਨਾਲ ਜੋਰਾਵਰ ਸਿੰਘ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਹੈ। ਬਾਹਰ ਦੂਸਰਾ ਬਾਹਰ ਪ੍ਰਹਾਰਾ, ਫਤਿਹ ਸਿੰਘ ਕੋ ਸੀਸ ਉਤਾਰਾ। ਔਰ ਦੂਸਰੇ ਵਾਰ ਦੇ ਨਾਲ ਫਤਿਹ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਹੈ ਜੀ। ਹਾਹਾਕਾਰ ਜਹਾਂ ਕਹਿ ਭਇਓ, ਜੈ ਜੈ ਸ਼ਬਦ ਸੁਰਨ ਮਹਥਿਓ। ਔਰ ਜਿਸ ਵੇਲੇ ਕਹਿੰਦੇ ਸਾਹਿਬਜ਼ਾਦਿਆਂ ਨੂੰ ਮਹਾਰਾਜ ਸ਼ਹੀਦ ਕੀਤਾ ਗਿਆ, ਉਸ ਵੇਲੇ ਕਹਿੰਦੇ ਹਾਹਾਕਾਰ ਮਚ ਗਈ ਆ। ਜਿਹੜੀ ਜਨਤਾ ਉੱਥੇ ਖੜੀ ਸੀ ਕੁਝ ਕਰ ਨਹੀਂ ਸਕੀ। ਤਾਂ ਜਿਹੜਾ ਸ਼ੇਰ ਖਾਂ ਸੀਗਾ ਮਲੇਰਕੋਟਲੇ ਵਾਲਾ, ਉਹ ਹਾਂ ਦਾ ਨਾਰਾ ਮਾਰਿਆ ਸੀ ਪਰ ਉਹਦੀ ਕਿਸੇ ਨੇ ਗੱਲ ਨਹੀਂ ਸੁਣੀ। ਹਾਹਾਕਾਰ ਮਚ ਗਈ ਆ। ਸਰਹੰਦ ਦੇ ਵਿੱਚ ਦੇਵਲੋਕ ਵਿੱਚ ਜੈ ਜੈਕਾਰਾਂ ਹੋਣ ਲੱਗੀਆਂ ਜੀ। ਧੰਨ ਗੁਰੂ ਸਦਾ ਧੀਰਜ ਧਾਰੇ, ਧਰਮ ਹੇਤ ਸਿਰ ਦਿਓ ਉਤਾਰੀ। ਔਰ ਸਾਰੇ ਕਹਿ ਰਹੇ ਹਨ ਧੰਨ ਹੈ ਗੁਰੂ, ਧੰਨ ਹੈ ਗੁਰੂ ਦੇ ਪੁੱਤਰ, ਜਿਨ੍ਹਾਂ ਨੇ ਧਰਮ ਨੂੰ ਕਾਇਮ ਰੱਖਦਿਆਂ ਹੋਏ ਆਪਣੇ ਸੀਸ ਲਾ ਦਿੱਤੇ ਜੀ। ਅਲਪਾ ਆਰ ਬਲ ਪਕਰੇ ਹੋਏ, ਦ੍ਰਿੜਤਾ ਅਪਰ ਕਰ ਹੈ ਇਮ ਕੋਏ। ਦੇਖੋ ਛੋਟੀ ਉਮਰ ਵਿੱਚ ਇਹ ਕਿੰਨੇ ਪੱਕੇ ਹੋ ਗਏ। ਛੋਟੀ ਉਮਰ ਵਿੱਚ ਇਹਨਾਂ ਨੂੰ ਫੜ ਕੇ ਲਿਆਂਦਾ। ਇਹਨਾਂ ਵਰਗੀ ਦ੍ਰਿੜਤਾ ਹੋਰ ਕਿਹਦੇ ਵਿੱਚ ਹੋ ਸਕਦੀ ਹੈ। ਤਰਕਨ ਜਰਾ ਬਿਨਾਸੀ ਕਰਕੇ, ਗਏ ਗੁਰੂਪੁਰ ਆਨੰਦ ਧਰ ਕੇ। ਇਹੋ ਤੁਰਕਾਂ ਦੀਆਂ ਜੜ੍ਹਾਂ ਵਿੱਚ ਤੇਲ ਪਾ ਕੇ, ਆਪਣੇ ਸੀਸ ਦਾ ਖੂਨ ਪਾ ਕੇ ਤੁਰਕਾਂ ਦੀਆਂ ਜੜ੍ਹਾਂ ਪੱਟਣ ਦੇ ਲਈ ਆਨੰਦ ਦੀ ਪੂਰੀ ਭਾਵ ਗੁਰੂ ਤੇਗ ਬਹਾਦਰ ਦਾਦੇ ਦੇ ਗੋਦ ਵਿੱਚ ਚਲੇ ਗਏ ਜੀ। ਸਾਰੇ ਰਾਜ ਤੇਜ ਕੋ ਚੀਨਸ ਸਾਰੇ। ਇਸ ਤਰ੍ਹਾਂ ਮਹਾਰਾਜ ਇਹਨਾਂ ਦੁਸ਼ਟਾਂ ਨੇ, ਮੁਗਲਾਂ ਨੇ ਆਪਣੀ ਕੁੱਲ ਕਲੰਕਿਤ ਕਰ ਲਈ ਆ ਇਹੋ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ। ਇਤੇ ਸਾਸਨ ਤਰਕ ਹਿੰਦੂ ਤਹ ਝਾਰੀ, ਖਤਰੇ ਕੋ ਬਹੁ ਦੇਵਤਕਾਰੀ। ਔਰ ਉੱਥੇ ਜਿੰਨੇ ਵੀ ਹੋਰ ਲੋਕ ਬੈਠੇ ਆ, ਹਿੰਦੂ ਜਾਂ ਮੁਸਲਮਾਨ, ਸਾਰੇ ਇਸ ਝੂਠੇ ਨੰਦ ਖੱਤਰੀ ਨੂੰ, ਸੁੱਚੇ ਨੰਦ ਖੱਤਰੀ ਨੂੰ ਵੀ ਲਾਹਨਤਾਂ ਪਾਉਂਦੇ ਆ। ਕਹਿੰਦੇ ਇਹਨੇ ਜਾਲ ਵਾਰ-ਵਾਰ ਭੜਕਾ ਕਰਕੇ ਵਜੀਦੇ ਤੋਂ ਇਹ ਕੰਮ ਕਰਵਾਇਆ ਹੈ। ਇਹੋ ਦੋਖੀ ਹੈ ਬੜੋ ਚੰਡਾਲਾ, ਦੇ ਕੇ ਬਾਲਕ ਕਹਿਓ ਕਰਾਲਾ। ਔਰ ਵੱਡਾ ਤਾਂ ਚੰਡਾਲ ਇਹ ਹੈ ਜਿਸ ਨੇ ਵਾਰ-ਵਾਰ ਵਜੀਦੇ ਨੂੰ ਕਹਿ ਕੇ ਬੱਚਿਆਂ ਨੂੰ ਸ਼ਹੀਦ ਕਰਵਾਇਆ ਹੈ। ਸਿੱਖ ਸੰਗਤਾ ਕਰ ਹਾਹਾਕਾਰੇ, ਜਾਨੀ ਤਰਕਨ ਜਰਾ ਉਪਾਰੇ। ਔਰ ਸਾਰੇ ਸਰਹੰਦ ਦੇ ਲੋਕ ਕਹਿਣ ਲੱਗੇ ਮਾਨੋ ਕਿ ਤੁਰਕਾਂ ਦੀਆਂ ਜੜ੍ਹਾਂ ਗਈਆਂ। ਇੱਥੇ ਜਿਸ ਵੇਲੇ ਮਾਹੀ ਨੇ, ਨੂਰੇ ਮਾਹੀ ਨੇ ਸਾਰੀ ਕਹਾਣੀ ਸੁਣਾਈ ਆ, ਉਸ ਵੇਲੇ ਕਹਿੰਦੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਹੱਥ ਵਿੱਚ ਇੱਕ ਤੀਰ ਲੈ ਕਰਕੇ ਇੱਕ ਘਾਹੀ ਦੇ ਪੌਦੇ ਨੂੰ ਏਦਾਂ ਖੁਰਚ ਰਹੇ ਸੀ। ਜਿਸ ਵੇਲੇ ਇਹ ਗੱਲ ਸੁਣਾਈ ਤੇ ਪਾਤਸ਼ਾਹ ਜੀ ਨੇ ਉਹ ਤੀਰ ਦੀ ਨੋਕ ਦੱਬ ਕੇ ਮਾਰੀ ਆ ਔਰ ਘਾਹੀ ਦੇ ਪੌਦੇ ਨੂੰ ਜੜ ਚੋਂ ਕੱਢ ਕੇ ਮੋਢਾ ਮਾਰ ਦਿੱਤਾ ਤੇ ਨਾਲ ਹੀ ਬਚਨ ਕਰਤਾ ਤੁਰਕਾਂ ਦੀ ਜੜ ਗਈ। ਭਾਵ ਜਦੋਂ ਕਿਸੇ ਰਾਜੇ ਦੇ ਰਾਜ ਵਿੱਚ ਐਸਾ ਜ਼ੁਲਮ ਹੋਣ ਲੱਗ ਜਾਵੇ, ਉਹ ਫਿਰ ਬਹੁਤਾ ਸਮਾਂ ਨਹੀਂ ਰਿਹਾ ਕਰਦਾ, ਉਹ ਜਲਦੀ ਖਤਮ ਹੋ ਜਾਂਦੇ ਆ। ਤੁਸੀਂ ਝਾਤੀ ਮਾਰ ਕੇ ਦੇਖ ਲਓ, ਮੁਗਲਾਂ ਦੇ ਰਾਜ ਤੋਂ ਬਾਅਦ ਵੋਟਾਂ ਦਾ ਰਾਜ ਆਇਆ। ਜਦੋਂ ਇਹਨਾਂ ਨੇ ਵੀ ਜ਼ੁਲਮ ਕੀਤਾ ਤੇ ਫਿਰ ਉਹਨਾਂ ਦੇ ਵੀ ਰਾਜ ਭਾਗ ਖਤਮ ਹੋ ਗਏ। ਉਹਨਾਂ ਕੋਲ ਪਹਿਲਾਂ ਵਰਗੀ ਜਿਹੜੀ ਹੈ ਚੜ੍ਹਦੀ ਕਲਾ ਵਾਲਾ ਰਾਜ ਨਹੀਂ ਰਿਹਾ। ਖੈਰ ਮਨੋਵਿਰਤੀਆਂ ਉੱਥੇ ਰੱਖੀਏ। ਇਉਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਹੈ। ਤੇ ਉਸ ਤੋਂ ਬਾਅਦ ਵਜੀਦੇ ਨੇ ਇਹ ਪਰਖਣ ਵਾਸਤੇ ਕਿ ਭਲਾ ਕੋਈ ਇੱਥੇ ਸਿੱਖ ਹੈ, ਉਸਨੇ ਇੱਕ ਅਨਾਉਂਸਮੈਂਟ ਕਰਾਈ ਹੈ। ਗੁਰੂ ਪਿਆਰਿਓ, ਇੱਕ ਢੰਡੋਰਾ ਫਰਵਾ ਦਿੱਤਾ ਹੈ ਕਿ ਜੇ ਕੋਈ ਚਾਹੇ ਤਾਂ ਇਹਨਾਂ ਸਾਹਿਬਜ਼ਾਦਿਆਂ ਨੂੰ ਸੰਸਕਾਰ ਕਰਨ ਵਾਸਤੇ ਲਿਜਾ ਸਕਦਾ। ਤੇ ਜਦੋਂ ਇਹ ਖਬਰ ਗੁਰੂ ਪਿਆਰਿਓ ਮਾਤਾ ਜੀ ਦੇ ਕੋਲ ਪਹੁੰਚੀ ਆ
ਜਿਨ੍ਹਾਂ ਨੂੰ ਗੁਰੂ ਪਿਆਰੋ ਪਿਛਲੇ 2 ਦਿਨਾਂ ਤੋਂ ਮੋਤੀ ਮਹਿਰਾ ਨਾਮ ਦਾ ਇੱਕ ਸਿੱਖ, ਜਿਸ ਨੂੰ ਪਤਾ ਲੱਗਿਆ ਸੀ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਦੁਸ਼ਟਾਂ ਨੇ ਆਪਣੀ ਕੈਦ ਵਿੱਚ ਕਰਕੇ ਤੇ ਉਸ ਬੁਰਜ ਉੱਪਰ ਬਿਠਾਏ ਹੋਏ ਹਨ। ਪਿਛਲੇ 2-3 ਦਿਨ ਉਸ ਮੋਤੀ ਮਹਿਰੇ ਨੇ ਆ ਕੇ ਸੇਵਾ ਕੀਤੀ। ਰਾਤ ਨੂੰ ਦੁੱਧ ਲੈ ਕੇ ਆਉਂਦਾ, ਪਹਿਰੇਦਾਰਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਿਲ ਵਰਤ ਕੇ ਇਹ ਵੀ ਦੱਸਦੇ ਹੈ ਕਿ ਮੋਤੀ ਮਹਿਰਾ ਅੰਦਰ ਜਿਹੜਾ ਇਹਨਾਂ ਦਾ ਲੰਗਰ ਹੁੰਦਾ ਜੇਲ੍ਹ ਦੇ ਵਿੱਚ, ਉਹਦੇ ਵਿੱਚ ਵੀ ਇਹ ਮਦਦ ਸੇਵਾ ਕਰਦਾ ਸੀਗਾ। ਇਸ ਕਰਕੇ ਇਹ ਉੱਥੋਂ ਤੱਕ ਪਹੁੰਚ ਗਿਆ ਤੇ ਮੋਤੀ ਮਹਿਰਾ ਜਿਹੜਾ ਸੀਗਾ ਇਹਨਾਂ ਨੂੰ ਦੁੱਧ ਪਿਆਉਂਦਾ ਰਿਹਾ 2 ਦਿਨ, ਸਾਹਿਬਜ਼ਾਦਿਆਂ ਨੂੰ ਵੀ। ਤੇ ਅੱਜ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ, ਉਸੇ ਮੋਤੀ ਮਹਿਰੇ ਨੇ ਜਾ ਕੇ ਸੁਨੇਹਾ ਦਿੱਤਾ, ਮਾਤਾ ਜੀ ਅੱਜ ਸਾਹਿਬਜ਼ਾਦੇ ਮੁੜ ਕੇ ਨਹੀਂ ਆਉਣ ਵਾਲੇ। ਕੋ ਸਤਨਾਮ। ਉਸ ਮੋਤੀ ਮਹਿਰੇ ਨੇ ਜਾ ਕੇ ਦੱਸਿਆ, ਮਾਤਾ ਜੀ ਅੱਜ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ, ਅੱਜ ਤੇਰੇ ਪੁੱਤਰ ਮੁੜ ਕੇ ਨਹੀਂ ਆਉਣਗੇ। ਤੇ ਉਸੇ ਵੇਲੇ ਹੀ ਮਾਤਾ ਗੁਜਰੀ ਜੀ ਨੇ ਵੀ ਕਹਿੰਦੇ ਧਿਆਨ ਜੋੜਿਆ, ਕਿਉਂਕਿ ਗੁਰੂ ਮਾਤਾ ਹੈ, ਗੁਰੂ ਪਤਨੀ ਹੈ, ਗੁਰੂ ਦਾਦੀ ਹੈ। ਇਸ ਤਰ੍ਹਾਂ ਗੁਰੂ ਪਿਆਰਿਓ ਸਿਮਰਦੇ ਵੀ ਜਾ ਕਰਕੇ ਆਪਣੇ ਆਪ ਨੂੰ ਧਿਆਨ ਜੋੜ ਕਰਕੇ ਉਹਨਾਂ ਨੇ 10ਵੇਂ ਦੁਆਰ ਰਾਹੀਂ ਆਪਣੀ ਰੁੰਦਰ ਨਾੜੀ ਭੰਨ ਕੇ ਸਰੀਰ ਤਿਆਗ ਦਿੱਤਾ। ਕੋ ਸਤਨਾਮ। ਉਧਰ ਮਾਤਾ ਗੁਜਰੀ ਜੀ ਉੱਥੇ ਬੈਠੇ ਬੈਠੇ ਠੰਡੇ ਬੁਰਜ ਵਿੱਚ ਸਰੀਰ ਤਿਆਗ ਗਏ ਹਨ ਔਰ ਸਰੀਰ ਛੱਡਿਆ ਲੰਬੇ ਪੈ ਗਏ। ਇੱਧਰ ਦੋਨੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਹੁਣ ਗੁਰੂ ਪਿਆਰਿਓ ਵਜੀਦੇ ਨੇ ਅਲੌਸਮੈਂਟ ਕਰਾਈ ਹੈ, ਢੰਡੋਰਾ ਫਰਵਾਇਆ ਹੈ, ਜੇ ਕੋਈ ਸਿੱਖ ਹੈ ਤਾਂ ਇਹਨਾਂ ਲਾਸ਼ਾਂ ਨੂੰ ਲਿਜਾ ਸਕਦਾ ਹੈ। ਤੇ ਉਸ ਵੇਲੇ ਗੁਰੂ ਪਿਆਰਿਓ ਟੋਡਰਮਲ ਨਾਮ ਦਾ ਇੱਕ ਖੱਤਰੀ, ਜਿਹਨੂੰ ਸ਼ਰਾਬ ਵੀ ਕਹਿ ਦਿੰਦੇ ਆ ਜਾਂ ਪੈਸੇ ਵਾਲਾ ਬੰਦਾ ਸੀ, ਇਸ ਨੂੰ ਜਦ ਪਤਾ ਲੱਗਿਆ ਤਾਂ ਇਹਨੇ ਆਪਣੇ ਘਰ ਵਾਲੀ ਨਾਲ ਸਲਾਹ ਕੀਤੀ ਆ, ਕਹਿੰਦਾ ਆਪਾਂ ਇਹੀ ਸੇਵਾ ਕਰ ਲਈਏ, ਹੁਣ ਇਹੋ ਹੀ ਬਚੀ ਆ, ਮੈਂ ਜਾ ਕੇ ਉਹਨਾਂ 3 ਸਰੀਰਾਂ ਨੂੰ ਲੈ ਕੇ ਆਵਾਂ ਤੇ ਆਪਾਂ ਉਸ ਦਾ ਸੰਭਾਲ ਕਰ ਦਈਏ, ਰੁਲਣੇ ਨਹੀਂ ਚਾਹੀਦੇ। ਤਾਂ ਉਸ ਵੇਲੇ ਗੁਰੂ ਪਿਆਰਿਓ ਇਹ ਟੋਡਰਮਲ ਆਇਆ ਵਜੀਦੇ ਕੋਲ, ਕਹਿਣ ਲੱਗਿਆ ਮੈਂ ਇਹ 3 ਸਰੀਰ ਲਿਜਾ ਸਕਦਾ ਹਾਂ, ਲੈ ਜਾਵਾਂ, ਜਾ ਕੇ ਸੰਭਾਲ ਕਰਦੇ ਆ ਇਹਨਾਂ ਦੀ। ਵਜੀਦਾ ਲਾਲਚੀ ਵੇਖਿਆ ਵੀ ਟੋਡਰਮਲ ਪੈਸੇ ਵਾਲਾ ਬੰਦਾ ਹੈ ਔਰ ਇਹਦੇ ਅੰਦਰ ਲਾਲਚ ਪੈਦਾ ਹੋ ਗਿਆ। ਕਹਿੰਦਾ ਤੂੰ ਕਿੱਥੇ ਇਹਨਾਂ ਨੂੰ ਸੰਸਕਾਰ ਕਰੇਗਾ? ਕਹਿਣ ਲੱਗਿਆ ਕਬਰਸਤਾਨ 'ਚ ਹੀ ਹੁੰਦੇ, ਉੱਥੇ ਹੀ ਕਰਾਂਗਾ। ਕਹਿੰਦਾ ਬਿਲਕੁਲ ਨਹੀਂ, ਉੱਥੇ ਨਹੀਂ ਕਰ ਸਕਦਾ, ਕਿਉਂਕਿ ਸਾਡੇ ਦੁਸ਼ਮਣ ਹੈ, ਅਸੀਂ ਦੇਸ਼ ਦੇ ਮਾਲਕ। ਕਹਿਣ ਲੱਗਿਆ ਫਿਰ ਮੈਂ ਆਪਣੇ ਘਰੇ ਕਰ ਦਿੰਦਾ। ਕਹਿੰਦਾ ਤੂੰ ਆਪਦੇ ਘਰੇ ਵੀ ਨਹੀਂ ਕਰ ਸਕਦਾ। ਕਹਿੰਦਾ ਫਿਰ ਕਿੱਥੇ ਕਰਾਂ? ਕਹਿੰਦਾ ਜਿੰਨਾ ਥਾਂ ਇਹਨਾਂ ਦੇ ਸੰਸਕਾਰ ਵਾਸਤੇ ਚਾਹੀਦਾ ਹੈ ਉਹਨਾਂ ਥਾਂ ਤੈਨੂੰ ਪੈਸੇ ਦੇ ਕੇ ਖਰੀਦਣਾ ਪਊਗਾ। ਕਹਿਣ ਲੱਗਿਆ ਪੈਸੇ ਲੈ ਲਓ, 6x6 ਦਾ ਥਾਂ ਬਹੁਤ ਹੈ, ਬੈੱਡ ਜਿੰਨਾ ਇਹਨਾਂ 3 ਸਰੀਰਾਂ ਵਾਸਤੇ। ਕਹਿਣ ਲੱਗਿਆ ਠੀਕ ਆ, ਜਿੰਨਾ ਥਾਂ ਚਾਹੀਦਾ ਉਹਨੇ ਥਾਂ ਵਿੱਚ ਮੋਹਰਾਂ ਵਿਛਾ ਦੇ। ਇਹ ਘਰ ਆਇਆ, ਆਪਣੀ ਸਾਰੀ ਸੰਪਤੀ ਕਿਸੇ ਸਰਾਫ ਨੂੰ ਦੇ ਕਰਕੇ ਉਹਦੇ ਕੋਲੋਂ ਮੋਹਰਾਂ ਲਈਆਂ ਸੋਨੇ ਦੀਆਂ ਇਸਨੇ, ਜਾਂ ਇਹਦੇ ਕੋਲ ਸਨ। ਤਾਂ ਇਸ ਨੇ ਉਹ ਮੋਹਰਾਂ ਦਾ ਇੰਤਜ਼ਾਮ ਕਰਕੇ ਵਿਛਾਉਣੀਆਂ ਸ਼ੁਰੂ ਕੀਤੀਆਂ। ਇਹ ਲਾਲਚੀ ਵਜੀਦਾ ਖੜਾ ਕੋਲੇ ਦੇਖ ਰਿਹਾ ਹੈ, ਹੁਣ ਵਿਛਾਈਏ ਇੱਕ ਮੋਹਰ ਤਾਂ ਉਹਨੇ ਥਾਂ ਵਿੱਚ ਖੜੀਆਂ 5, 7, 8 ਮੋਹਰਾਂ ਖੜੀਆਂ ਹੋ ਸਕਦੀਆਂ। ਕੋ ਸਤਨਾਮ। ਇਹ ਦੁਸ਼ਟ ਕਹਿਣ ਲੱਗਿਆ ਐਦਾਂ ਨਹੀਂ, ਖੜੀਆਂ ਕਰਕੇ, ਜਿੰਨੀਆਂ ਪਹਿਲਾਂ ਮੋਹਰਾਂ ਮੰਗੀਆਂ ਸੀ ਉਦੋਂ 10 ਗੁਣੀਆਂ ਹੋਰ ਵੱਧ ਮੰਗ ਲਈਆਂ। ਕਹਿੰਦਾ ਖੜੀਆਂ ਕਰਕੇ ਚਿੰਨ ਇੱਥੇ। ਤਾਂ ਹੁਣ ਗੁਰੂ ਪਿਆਰੋ ਨੇ ਖੜੀਆਂ ਕਰਕੇ ਚਿੰਨੀਆਂ ਸ਼ੁਰੂ ਕੀਤੀਆਂ ਤੇ ਆਪਣੀ ਜਿੰਨੀ ਵੀ ਸੰਪਤੀ ਸੀ ਸਾਰੀ ਉਸਨੇ ਇਹਨਾਂ ਦੀ ਗੁਰੂ ਪਿਆਰੋ ਸੰਸਕਾਰ ਵਾਸਤੇ ਉਹ 6x6 ਦੀ ਜਗ੍ਹਾ ਜਿਹੜੀ ਉਹਦੇ ਉੱਤੇ ਖੜੀਆਂ ਕਰਕੇ ਇਹਨਾਂ ਨੂੰ ਸੌਂਪ ਦਿੱਤੀਆਂ। ਉੱਥੇ 3 ਸਰੀਰਾਂ ਦਾ ਸੰਸਕਾਰ ਹੋਇਆ, ਜੋ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ ਫਤਿਹਗੜ੍ਹ ਸਾਹਿਬ ਵਿਖੇ। ਇਸ ਤਰ੍ਹਾਂ ਗੁਰੂ ਪਿਆਰਿਓ ਇਸ ਟੋਡਰਮਲ ਨੇ ਇਹ ਸੇਵਾ ਲਈ ਆ। ਔਰ ਉਸ ਤੋਂ ਬਾਅਦ ਜਦੋਂ ਵਜੀਦੇ ਨੂੰ ਪਤਾ ਲੱਗਿਆ ਕਿ ਮੋਤੀ ਮਹਿਰੇ ਨੇ ਜਾਂ ਟੋਡਰਮਲ ਵਰਗੇ ਜਿਨ੍ਹਾਂ ਨੇ ਇਹਨਾਂ ਦੀ ਸੇਵਾ ਕੀਤੀ ਹੈ, ਇਹਨਾਂ ਨੂੰ ਵੀ ਉਹਨਾਂ ਨੇ ਸ਼ਹੀਦ ਕਰ ਦਿੱਤਾ ਦੁਸ਼ਟਾਂ ਨੇ। ਐਸਾ ਜ਼ੁਲਮ ਇਹਨਾਂ ਦੇ ਰਾਜ ਵਿੱਚ ਹੋਇਆ, ਫਿਰ ਇਹੋ ਜਿਹਾ ਰਾਜ ਕਿਵੇਂ ਬਚ ਸਕਦਾ ਗੁਰੂ ਪਿਆਰਿਓ। ਖੈਰ ਮਨੋਵਿਰਤੀਆਂ ਉੱਥੇ ਰੱਖੀਏ। ਕੀ ਕਹਿੰਦੇ ਹਨ
ਇੱਕ ਸਿੱਖ ਟੋਡਰ ਮੱਲ। ਇੱਕ ਸਿੱਖ ਟੋਡਰ ਮੱਲ ਬਹੁਤ ਧਣੀ, ਸਾਹਿਬਜ਼ਾਦੇ ਪਰਕਨ ਸੁਣੀ। ਇਹ ਟੋਡਰ ਮੱਲ ਨੂੰ ਜਦੋਂ ਪਤਾ ਲੱਗਿਆ ਸੀ ਕਿ ਸਾਹਿਬਜ਼ਾਦਿਆਂ ਨੂੰ ਫੜ ਲਿਆਏ ਹਨ, ਵਿਚਾਰਿਓ ਧਨ ਗਣ ਦੇ ਕੈ ਤਰਕਨ ਤੇ ਸ਼ਰਾਵਨ ਇਹ ਕਹਿ ਕੇ। ਇਹਨੇ ਪਹਿਲਾਂ ਸਲਾਹ ਇਹ ਕੀਤੀ ਸੀ ਕਿ ਇਹਨਾਂ ਤੁਰਕਾਂ ਨੂੰ ਮੈਂ ਰਿਸ਼ਵਤ ਦੇ ਕਰਕੇ, ਪੈਸਾ ਦੇ ਕਰਕੇ ਜਿਉਂਦੇ ਸਾਹਿਬਜ਼ਾਦੇ ਤੇ ਮਾਤਾ ਨੂੰ ਛੁਡਾ ਕੇ ਜਿੱਥੇ ਗੁਰੂ ਹੈ ਉੱਥੇ ਪਹੁੰਚਾ ਦੇਵਾਂ, ਪਰ ਇਹਦੀ ਆਉਣ ਤੋਂ ਪਹਿਲਾਂ ਆਹ ਕੰਮ ਉਹਨਾਂ ਨੇ ਕਰ ਦਿੱਤਾ। ਜਹਾਂ ਗੁਰੂ ਤਾ ਦੇਹੋਂ ਪਹੁੰਚਾਈ, ਪਾਵੋ ਜਗਤ ਵਿਖੇ ਵਡਿਆਈ। ਔਰ ਜਿੱਥੇ ਗੁਰੂ ਹੋਵੇਗਾ ਮੈਂ ਇਹਨਾਂ ਨੂੰ ਉੱਥੇ ਪਹੁੰਚਾ ਦੇਵਾਂਗਾ, ਮੇਰੀ ਇਹ ਸੇਵਾ ਪ੍ਰਵਾਨ ਹੋਵੇਗੀ। ਕਹਾਂ ਦਰਬ ਜੋ ਸਰਬ ਬਿਨਾਸੀ, ਗੁਰ ਪਦਵੀ ਦੇ ਹੈ ਅਬਨਾਸੀ। ਇਹ ਦਰਬ, ਇਹ ਮਾਇਆ ਤਾਂ ਖਤਮ ਹੋਣ ਵਾਲੀ ਹੈ, ਗੁਰੂ ਕੋਲੋਂ ਅਬਨਾਸ਼ੀ ਪਦਵੀ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਇਹ ਸੇਵਾ ਕਰਕੇ। ਕਰਤ ਅਤਾਇਲ ਕਹਿ ਚਲਿਆ ਵਾ, ਸਭਾ ਵਿਖਾ ਦੇਖਤ ਦੁਖ ਪਾਵਾ। ਪਰ ਜਿਸ ਵੇਲੇ ਸਭਾ 'ਚ ਪਹੁੰਚਿਆ ਉਸ ਵੇਲੇ ਨੂੰ ਉਹ ਸਾਹਿਬਜ਼ਾਦਿਆਂ ਨੂੰ ਦੂਜੇ ਦਿਨ ਦੀ ਸਭਾ ਵਿੱਚ ਇਹਨਾਂ ਨੇ ਸ਼ਹੀਦ ਕਰ ਦਿੱਤਾ ਸੀ। ਸੁਣੇ ਨਰਨ ਤੇ ਇਨਹਾਂ ਪਰਹਾਰੇ, ਪਰਮ ਦੁਖੀ ਚਿਤ ਮੈਂ ਤਿਸ ਬਾਰੇ। ਤੇ ਜਿਸ ਵੇਲੇ ਦੱਸਿਆ ਉੱਥੇ ਖੜੇ ਲੋਕਾਂ ਨੇ ਵੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਤੇ ਮਾਤਾ ਜੀ ਵੀ ਠੰਡੇ ਬੁਰਜ ਵਿੱਚ ਬੈਠੇ ਆਪਣਾ ਸਰੀਰ ਛੱਡ ਗਏ ਹਨ। ਹੋਇਆ ਤਵ ਉਤਪਾਤ ਵਿਸਾਲਾ, ਕੰਪੀ ਧਰਤ ਆਏ ਪਹੁੰਚਾਲਾ। ਉਸ ਵੇਲੇ ਸਰਹੰਦ ਦੀ ਧਰਤੀ ਤੇ ਭੁਚਾਲ ਆਇਆ, ਧਰਤੀ ਕੰਬੀ ਹੈ। ਚਿੱਤਾ ਕੰਕਰ ਧੂਰ ਕਨੇਰੀ, ਬਹੀ ਬਾਇਓ ਬਹਾ ਬੇਰ ਫੁਕੇਰੀ। ਔਰ ਗੁਰੂ ਪਿਆਰਿਓ, ਕੁਫੇਰੀ ਹੁੰਦੀ ਆ ਪੁੱਠੀ ਹਵਾ, ਐਸੀ ਹਵਾ ਵਗੀ, ਕੰਕਰ ਧੂੜ ਮਿੱਟੀ ਉੱਡਣ ਲੱਗੀ ਐ। ਸਭ ਹਨ ਕੇ ਲੋਚਨ ਰਜ ਪਰੀ, ਕੂਕੀ ਬਹਿਰ ਸਿਵਾ ਮੁਦ ਭਰੀ। ਔਰ ਉਸ ਵੇਲੇ ਫਿਰ ਲੱਛਣ ਦਿਸਣ ਲੱਗੇ ਇਹਨਾਂ ਮੁਗਲਾਂ ਦੇ ਖਾਤਮੇ ਦੇ। ਸਾਰਿਆਂ ਦੀਆਂ ਅੱਖਾਂ ਵਿੱਚ ਉੱਡ ਕੇ ਰੇਤਾ ਪੈਣ ਲੱਗਿਆ ਤੇ ਸ਼ਿਵਾ ਕਹਿੰਦੇ ਆ ਗਿਰਣੀਆਂ ਉਹ ਰੋਣ ਲੱਗੀਆਂ। ਦਿਨ ਘਣ ਗਰਜ ਗਗਨ ਤੇ ਸੁਣੀ, ਸਭ ਪਛਤਾਵਤ ਮੁੰਡੇ ਧਣੀ। ਤੇ ਬਿਨਾਂ ਬੱਦਲਾਂ ਤੋਂ ਆਕਾਸ਼ਾਂ ਵਿੱਚ ਗਰਜ ਹੋਈ ਆ, ਸਾਰੇ ਪਛਤਾਉਂਦੇ ਹਨ। ਜੋ ਸਿਆਣੇ ਬੁੱਧ ਕਰੈ ਵਿਚਾਰਨਾ, ਭਇਓ ਕਹਿਰ ਵਡ ਕਰਤ ਉਚਾਰਨ। ਔਰ ਸਿਆਣੇ ਬੰਦੇ ਇਹਨਾਂ ਨਿਸ਼ਾਨੀਆਂ ਨੂੰ ਵੇਖ ਕੇ ਗੱਲਾਂ ਕਰਦੇ ਨੇ। ਉਠੈ ਪੁਰਤਰਵਾ ਰਾਜ ਬਸੰਦਾ, ਹੋਏ ਬਿਨਾਸੀ ਤਰਕ ਨਸੰਸਾ। ਲੈ ਵੀ ਮੇਰੀ ਗੱਲ ਪੱਕੀ ਲਿਖ ਲਓ, ਤੁਸੀਂ ਆਪਸ ਵਿੱਚ ਗੱਲਾਂ ਕਰਦੇ ਨਾ ਬਈ ਆਹ ਜਿਹੜਾ ਕੰਮ ਇਹਨਾਂ ਨੇ ਕੀਤਾ ਹੈ ਤੇ ਆਹ ਜਿਹੜੇ ਲੱਛਣ ਦਿਸਦੇ ਆ ਕੁਦਰਤ ਦੇ, ਆਕਾਸ਼ਾਂ ਦਾ ਗਰਜਣਾ, ਗਿੱਦੜੀਆਂ ਦਾ ਚੀਕਾ ਮਾਰਨਾ, ਔਰ ਇਹ ਸਾਰੇ ਜਿਹੜੇ ਲੱਛਣ ਇਹ ਦੱਸਦੇ ਆ ਕਿ ਇੱਥੇ ਐਸਾ ਉਪਦਰ ਹੋਵੇਗਾ, ਇਹਨਾਂ ਮੁਗਲਾਂ ਦਾ ਰਾਜ ਖਤਮ ਹੋਵੇਗਾ। ਤੇ ਇਹ ਸਮਾਂ ਜਿਹੜਾ ਅੱਗੇ ਚੱਲ ਕੇ ਫਿਰ ਹੋਇਆ ਹੈ। ਸਕਲ ਕਰਮ ਕੋ ਲੱਛਣ ਹੇਰੇ, ਟੋਡਰ ਮਲ ਹੋਏ ਦੁਖੀ ਕਨੇਰੇ। ਇਹ ਟੋਡਰ ਮਾਲੇ ਗੱਲ ਸੁਣ ਕੇ ਬੜਾ ਦੁਖੀ ਹੋਇਆ, ਬੜਾ ਖੁਸ਼ ਸੀਗਾ ਵੀ ਬੱਚਿਆਂ ਨੂੰ ਛਡਾ ਕੇ ਲੈ ਜਾਵਾਂਗਾ, ਪਰ ਇਹਨਾਂ ਨੇ ਉਹਦੇ ਆਉਣ ਤੋਂ ਪਹਿਲਾਂ ਸ਼ਹੀਦ ਕਰ ਦਿੱਤੇ। ਚਲੋ ਫਿਰ ਇਹਨਾਂ ਨੇ ਉਹਨਾਂ ਦੇ ਸੰਸਕਾਰ ਦੀ ਸੇਵਾ ਲੈ ਲਈ। ਅਗਲੀ ਰਹਿੰਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇ ਕਾ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनासा, हे पूरन हे सर्व में पंजन गणतासा, हे संगी हे निरंकार हे निर्गुण सब टेका, हे गोविंद हे गुण निधान, सदा भवेका, हे अपरंपर हर हरे, हे संत कै सदा संग, हे ठाकुर हों दासरो, गुण नहीं कोई, नानक दीजै नाम दान, आए प्रभ शरणागति, एक अखर हर मन बसत, एक अंकारा सतगुरु, सज होए। वाहिगुरु जी की फतेह है, विनाशन सोए। वाहिगुरु जी की फतेह है, विनाशन सोए। वाहिगुरु जी का खालसा, वाहिगुरु जी की फतेह।
ਬਹੁਤ ਬਹੁਤ ਧੰਨਵਾਦ ਸਰਬੱਤ